सतनाम श्री वाहिगुरु साहिब जी। अमृता प्रवचन तुहारे, अत सुंदर मनमोहन प्यारे, सबहु मद निरारे रहाओ। राज न चाहौं मुक्त न चाहौं, मन प्रीत चरण कमलारे। ब्रह्म महेश सिद्ध मुनींद्रा, मोहि ठाकुर ही दरसारे। दीन द्वारे आयो ठाकुर, सरन परयो संत हारे। कहो नानक प्रभ मिले मनोहर, मन शीतल बिगसारे। परम सत्कारयोग सतगुरु जी की साजी नवाजी साध संगत जी, आदम सत्कार सहित गुरफतेह की सांझ पाओ। आखो जी वाहिगुरु जी का खालसा, वाहिगुरु जी की फतेह। परम पूजनीक पूर्ण ब्रह्म ज्ञानी राजे जोगी महान तपस्वी धन संत महाराज संत बाबा ईश्वर सिंह जी राड़ा साहिब वाले महापुरख, तिन्हां दे पवित्र जीवन की कथा विचार आप जी पिछले काफ़ी समय तो सरवण करते आ रहे हो। तकरीबन 19 भाग महाराज की जीवन कथा दे आप जी सुन चुके हो। गुरबाणी कहती है, कथड़ियाँ संतां ते सुखाऊ पंधियाँ, लबड़ियाँ तिनाह जिन्हां भाग मथाड़े। महापुरखों के जीवन दीयां कथा कहानियां जग्यासू जनां वास्ते बहुत प्रेरणा का स्रोत होया करदियां हन। पर यह समा प्राप्त किन्हां नूं हुंदा है, जिन्हां दे मत्थे दे भाग उज्जल होण। भागां तो बिना रब दे प्यारियां दीयां कथा कहानियां सरवण करन दा सुभाग प्राप्त नहीं होया करदा। महाराज साहिब ने आपां सारियां ते तरस कीता है, जो पूर्ण महापुरखां दी सिफत आपां नूं सुणन दा सुभाग मिल रहा है। पिछले भाग दे विच आप जी ने महापुरखां दे अमोलक प्रवचन, जिवें जिवें महापुरख रूहानी उपदेश जीवां दे भले वास्ते बख्शिया करदे, उस उपदेश का थोड़ा हिस्सा सरवण कीता सी। जिस समय महापुरख 1958 दे विच कोका कोला वाले सरदार मोहन सिंह की कोठी 9 अक्तूबर 1958 वाले दिन कुर्सी ते सजे संगत नूं दर्शन बख्श रहे सन। उस वक्त सरदार नछत्तर सिंह रौणी की वड्डी बेटी बीबी सविंदर कौर किसी संगत दे प्रेमी दे बच्चे नूं अपने गोद विच चक्की हजूर दे सामने खड़ी सी। तां महापुरखां ने सहज सुभाअ मुस्कुरा के बचन किया कि ये निरंजन कौर दा काका है। तो उसने अर्ज की, नहीं हजूर, ये तो किसी होर दा बच्चा है। उस समय मेहरबान ने अपने पवित्र मुखारबिंद तो बचन कर दिता कि भाई कोई नहीं, करतार तुहाडे घर भी लड़का देवेगा। बस इस बचन करन दे नाल ही ऐसी बख्शिश हुई कि 1 साल बाद 9 अक्तूबर वाला ही दिन सी 1959 सन नूं निरंजन कौर दे घर
ਲੜਕੇ ਦਾ ਜਨਮ ਹੋਇਆ। ਫਿਰ ਉਸ ਦਾ ਨਾਮ ਵੀ ਮਹਾਂਪੁਰਖਾਂ ਨੇ ਆਪ ਹੀ ਰੱਖਿਆ, ਬ੍ਰਹਮ ਦਿਆਲ ਸਿੰਘ। ਸੋ ਇਸ ਪ੍ਰਕਾਰ ਪੂਰਿਆਂ ਮਹਾਂਪੁਰਖਾਂ ਦੇ ਬਚਨ ਵੀ ਪੂਰੇ ਹੋਇਆ ਕਰਦੇ ਹਨ। ਸਹਿਜ ਸੁਭਾਵੀ ਮੁਖ ਤੋਂ ਨਿਕਲਿਆ ਹੋਇਆ ਬਚਨ ਪਰਮਾਤਮਾ ਕਦੇ ਬਿਰਥਾ ਨਹੀਂ ਜਾਣ ਦਿੰਦਾ, ਉਹ ਬਚਨ ਵੀ ਪੂਰਾ ਹੁੰਦਾ ਹੈ। ਜਦੋਂ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਸੰਗਤ ਨੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਦੇ ਸਰੋਵਰ ਦੇ ਕੰਢੇ ਨੀਂਹ ਰੱਖੀ, ਐਤਵਾਰ ਦਾ ਦਿਨ ਸੀ। ਉਸ ਸਮੇਂ ਆਪ ਜੀ ਨੂੰ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਿਨੇ ਪੱਤਰਕਾ ਸਮੂਹ ਸੰਗਤ ਵੱਲੋਂ ਲਿਖ ਕੇ ਸਿੰਘ ਨੂੰ ਭੇਜਿਆ ਗਿਆ। ਆਪ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਕੁਝ ਕੁ ਪ੍ਰੇਮੀਆਂ ਸਮੇਤ ਆਪਣੀ ਗੱਡੀ ਦੇ ਵਿੱਚ ਗੁਰੂ ਕੀ ਕਾਸ਼ੀ ਨੂੰ ਚਾਲੇ ਪਾ ਦਿੱਤੇ। ਇਸ ਤੋਂ ਪਹਿਲਾਂ 1926 ਈਸਵੀ ਦੀ ਵਿਸਾਖੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨਾਲ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਸਰੀਰ ਦੇ ਹੁੰਦਿਆਂ ਇੱਥੇ ਆਏ ਸਨ। ਅੱਜ 30 ਸਾਲਾਂ ਬਾਅਦ ਮਹਾਂਪੁਰਖ ਇਸ ਧਰਤੀ ਤੇ ਮੁੜ ਕੇ ਆਏ। ਸੰਤ ਜੀ ਮਹਾਰਾਜ ਜਦੋਂ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਪੁੱਜੇ ਤਾਂ ਸਮੂਹ ਸੰਗਤ ਨੇ, ਵਿਹੰਗਮਾਂ ਨੇ ਬਹੁਤ ਜ਼ਿਆਦਾ ਸਤਿਕਾਰ ਕੀਤਾ। ਕਾਫੀ ਸਾਰੀ ਮਾਇਆ ਮਹਾਂਪੁਰਖਾਂ ਨੇ ਆਪਣੇ ਕਰ ਕਮਲਾਂ ਨਾਲ ਉਸ ਸੇਵਾ ਦੇ ਵਿੱਚ ਦੇਣੀ ਕੀਤੀ ਔਰ ਮਹਾਂਪੁਰਖਾਂ ਨੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਨੀਂਹ ਰੱਖਣ ਦਾ ਜੋ ਸੰਗਤ ਦਾ ਹੁਕਮ ਸੀ ਉਸ ਨੂੰ ਪੂਰਿਆ ਕੀਤਾ। ਫਿਰ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਅੱਜ ਰਾਤ ਦਾ ਇੱਥੇ ਦੀਵਾਨ ਵੀ ਸਜਾਓ। ਰਾਤ ਦੇ ਸਮੇਂ ਫਿਰ ਮਹਾਂਪੁਰਖਾਂ ਨੇ 1.5 ਘੰਟਾ ਕੀਰਤਨ ਕੀਤਾ। ਦੂਸਰੇ ਦਿਨ ਸਵੇਰੇ ਇਸ਼ਨਾਨ ਆਦਿ ਕਿਰਿਆ ਤੋਂ ਬਾਅਦ ਜਲ ਪਾਣੀ ਛਕ ਕੇ ਚਾਲੇ ਪਾਏ। ਰਸਤੇ ਦੇ ਵਿੱਚ ਸੰਤ ਤੇਜਾ ਸਿੰਘ ਜੀ ਡਬਲ MA ਚੀਮਾ ਸਾਹਿਬ ਰਹਿ ਰਹੇ ਸਨ, ਉਹਨਾਂ ਨੇ ਰੋਕ ਲਿਆ। ਉਹਨਾਂ ਦੇ ਕੋਲ ਚਾਹ ਪਾਣੀ ਛਕ ਕੇ ਫਿਰ ਸ਼ਾਮੀ ਧਬਲਾਨ ਪੁੱਜੇ। ਇਸ ਪ੍ਰਕਾਰ ਮਹਾਂਪੁਰਖ ਪਰਉਪਕਾਰੀ ਜੀਵਨ ਵਾਲੇ, ਜਿੱਥੇ ਜਿੱਥੇ ਧਰਤੀ ਦੀ ਪੁਕਾਰ, ਜਿਵੇਂ ਜਿਵੇਂ ਪ੍ਰੇਮੀਆਂ ਦੀ ਇੱਛਾ, ਉਸ ਤਰ੍ਹਾਂ ਨਾਲ ਮਹਾਂਪੁਰਖ ਨਿਰੰਕਾਰੀ ਹੁਕਮ ਦੇ ਵਿੱਚ ਸੰਸਾਰ ਨੂੰ ਤਾਰਦੇ ਹੋਏ ਜਾ ਰਹੇ ਸਨ। ਪਟਿਆਲੇ ਦੇ ਡਾਕਟਰ ਬੀਬੀ ਦਲੀਪ ਕੌਰ ਜੀ, ਇਹਨਾਂ ਨੇ ਵੀ ਇੱਕ ਸਮੇਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ। ਇਹਦੀ ਬੇਨਤੀ ਨੂੰ ਮੰਨਦਿਆਂ ਦਿੱਲੀ ਨੂੰ ਜਾਂਦਿਆਂ ਹੋਇਆਂ 1960 ਦੇ ਵਿੱਚ ਸੰਤ ਜੀ ਮਹਾਰਾਜ ਨੇ ਇਹਨਾਂ ਦੀ ਕੋਠੀ ਚਰਨ ਪਾਏ। ਇਹਨਾਂ ਨੇ ਦੀਵਾਨਾਂ ਵਾਸਤੇ ਵੀ ਅਰਜ਼ ਕੀਤੀ। ਮਹਾਂਪੁਰਖਾਂ ਨੇ ਕਿਰਪਾ ਕਰਕੇ ਸਭ ਤੋਂ ਪਹਿਲਾਂ ਜਨਵਰੀ 1960 ਦੇ ਵਿੱਚ 21 ਦੀਵਾਨ ਬਖਸ਼ੇ। ਜੋ ਕੋਠੀ ਦੇ ਨਾਲ ਹੀ ਪਲਾਟ ਸੀ, ਉੱਥੇ ਦੀਵਾਨ ਸ਼ੁਰੂ ਹੋਏ। ਕਾਫੀ ਇਕੱਠ ਸੰਗਤਾਂ ਦਾ ਹੋਣਾ ਸ਼ੁਰੂ ਹੋ ਗਿਆ। ਅੰਮ੍ਰਿਤ ਪ੍ਰਚਾਰ ਵੀ ਹੋਇਆ। ਅਗਲੇ ਸਾਲ ਫਿਰ ਦੂਜੀ ਵਾਰ 18 ਦੀਵਾਨ ਬਖਸ਼ੇ। ਪਰ ਇਹਨਾਂ ਵਿੱਚੋਂ ਕੁਝ ਉਸੇ ਜਗ੍ਹਾ ਤੇ ਦੀਵਾਨ ਕਰਨਾ ਚਾਹੁੰਦੇ ਸੀ, ਕੁਝ ਸੰਗਤ ਸਿੰਘ ਸਭਾ ਗੁਰਦੁਆਰੇ ਸਾਹਿਬ ਦੀਵਾਨ ਲਗਵਾਉਣਾ ਚਾਹੁੰਦੀ ਸੀ। ਮਹਾਂਪੁਰਖਾਂ ਨੇ ਕੁਝ ਦਿਨ ਉੱਥੇ ਦੀਵਾਨ ਲਾਏ ਤੇ ਕੁਝ ਦਿਨ ਸਿੰਘ ਸਭਾ ਗੁਰਦੁਆਰੇ, ਦੋਵੇਂ ਥਾਵਾਂ ਦੀ ਸੰਗਤ ਦੀ ਸ਼ਰਧਾ ਪੂਰੀ ਕੀਤੀ। 1962 ਦੇ ਵਿੱਚ ਫੇਰ 10 ਦੀਵਾਨ ਬਖਸ਼ੇ, ਜਿਨ੍ਹਾਂ ਨੂੰ ਸੁਣ ਕੇ ਕਈ ਕੁ ਸੱਜਣ ਤਾਂ ਬਹੁਤ ਖਾਸ ਪ੍ਰੇਮੀ ਬਣ ਗਏ। ਸਾਂਝੀ ਮਹਾਰਾਜ ਨੇ ਉੱਥੇ ਦੇ ਦੀਵਾਨਾਂ ਦੇ ਵਿੱਚ ਜੋ ਉਪਦੇਸ਼ ਸੰਗਤ ਨੂੰ ਬਖਸ਼ ਕੇ ਨਿਹਾਲ ਕੀਤਾ, ਮਹਾਂਪੁਰਖ ਬਚਨ ਕਰਦੇ ਕਿ ਸੂਰਜ ਦੀ ਚਾਲ ਕਰਕੇ ਜੋ ਰੁੱਤਾਂ ਦਾ ਚੱਕਰ ਫਿਰਦਾ ਹੈ, ਉਸ ਨਾਲ ਸਾਡੇ ਦੇਸ਼ ਦੀ ਗਰਮੀ ਖਾਸ ਤੌਰ ਤੇ ਬਹੁਤ ਤੇਜ਼ ਹੋ ਜਾਂਦੀ ਹੈ। ਗਰੀਬ ਅਤੇ ਅਮੀਰ ਆਪੋ ਆਪਣੀ ਹੈਸੀਅਤ ਅਨੁਸਾਰ
ਇਸ ਤੋਂ ਬਚਣ ਦਾ ਯਤਨ ਕਰਦੇ ਹਨ। ਕਿਸੇ ਦਾ ਜ਼ੋਰ ਪੱਖੇ ਤੇ ਹੈ, ਕੋਈ ਬ੍ਰਿਸ਼ ਹੇਠਾਂ ਬੈਠ ਕੇ ਦਿਨ ਕੱਟਦਾ ਹੈ, ਕਿਸੇ ਨੇ ਗੁਫਾ ਵਿੱਚ ਆਸਣ ਲਾਇਆ ਹੈ ਤੇ ਕਈ ਪਹਾੜੀ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਇੱਕ ਨੇ ਮੱਥੇ ਤੇ ਚੰਦਨ ਲਾਇਆ ਹੈ ਤੇ ਦੂਸਰਾ ਚਾਂਦਨੀ ਰਾਤ ਵਿੱਚ ਚੰਦਰਮਾ ਦੀਆਂ ਕਿਰਨਾਂ ਦੀ ਠੰਡੀ ਰੌਸ਼ਨੀ ਨਾਲ ਆਪਣੇ ਨੈਣ ਕਟੋਰੇ ਭਰ ਰਿਹਾ ਹੈ। ਗੱਲ ਕੀ ਤਰ੍ਹਾਂ ਤਰ੍ਹਾਂ ਦੇ ਯਤਨ ਕਰਕੇ ਮਨੁੱਖ ਇਸ ਗਰਮੀ ਤੋਂ ਬਚਣ ਦੇ ਉਪਾਵਾਂ ਦੇ ਵਿੱਚ ਲੱਗਿਆ ਹੋਇਆ ਹੈ, ਪਰ ਬਹੁਤ ਵਿਰਲੇ ਉਹ ਹਨ ਜਿਨ੍ਹਾਂ ਨੇ ਉਸ ਅੰਦਰਲੀ ਗਰਮੀ ਤੋਂ ਬਚਣ ਦਾ ਵੀ ਯਤਨ ਕੀਤਾ ਹੈ, ਜਿਹੜੀ ਕਿ ਇਸ ਸਰੀਰਕ ਗਰਮੀ ਨਾਲੋਂ ਬਹੁਤ ਜ਼ਿਆਦਾ ਪ੍ਰਬਲ ਹੈ। ਜਿਸ ਤੋਂ ਅਫਰੀਕਾ ਦੇ ਗਰਮ ਰੇਗਿਸਤਾਨ ਵਿੱਚ ਖਜੂਰ ਦੇ ਰੁੱਖ ਥੱਲੇ ਬੈਠਾ ਹੋਇਆ ਹਬਸ਼ੀ ਵੀ ਜਿਸ ਤਰ੍ਹਾਂ ਦੁੱਖ ਪਾ ਰਿਹਾ ਹੈ, ਉਸੇ ਤਰ੍ਹਾਂ ਇੰਦਰਲੋਕ ਵਿੱਚ ਬੈਠਾ ਹੋਇਆ ਪਸ਼ਰਾਂ ਦੇ ਨਾਚ ਨੂੰ ਵੇਖਦਾ ਅਤੇ ਗੰਧਰਵਾਂ ਦੇ ਗਾਇਨ ਸੁਣਦਾ ਹੋਇਆ ਇੱਕ ਦੇਵਤਾ ਵੀ ਦੁਖੀ ਹੈ। ਉਹ ਹੈ ਮਾਨਸਿਕ ਤਪਸ਼, ਵਿਕਾਰਾਂ ਦੀ ਅੱਗ, ਜਿਸ ਨੇ ਸਵਾਏ ਰੱਬੀ ਬੰਦੇ ਨਾਮ ਰਸੀਏ ਮਹਾਂਪੁਰਸ਼ਾਂ ਤੋਂ ਹੋਰ ਤਿੰਨਾਂ ਲੋਕਾਂ ਦੇ ਜੀਵਾਂ ਜਨਤਾਂ ਨੂੰ ਗ੍ਰਸਿਆ ਹੋਇਆ ਹੈ। ਉਸ ਅਗਨ ਦਾ ਅਸਰ ਬਹੁਤ ਤੇਜ਼ ਹੈ, ਜੋ ਕਿਸੇ ਸੰਸਾਰਕ ਯਤਨ ਕੀਤਿਆਂ ਨਾਲ ਘਟਦਾ ਨਹੀਂ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਰ ਉਹ ਗਰਮੀ ਜਿਹੜੀ ਹੈ ਸੂਰਜ ਦੀ ਚਾਲ ਅਤੇ ਰੁੱਤਾਂ ਦੇ ਭੇਦ ਨਾਲ ਪੈਦਾ ਨਹੀਂ ਹੁੰਦੀ, ਸਗੋਂ ਉਹ ਮਾਨਸਿਕ ਚੱਕਰਾਂ ਦੇ ਨਾਲ ਪੈਦਾ ਹੁੰਦੀ ਹੈ। ਜਦ ਸੁਰਤ ਆਪਣੇ ਅਸਲ ਆਪੇ ਤੋਂ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ, ਤਦ ਇਹ ਸੁਰਤ ਬਹੁਤ ਵੱਡਾ ਭੁਲੇਖਾ ਖਾ ਕੇ ਵਿਕਾਰਾਂ ਦੇ ਦਗਦਗ ਕਰਦੇ ਅੰਗਿਆਰਾਂ ਨੂੰ ਲਾਲ ਸਮਝ ਕੇ ਫੜਨ ਲੱਗਦੀ ਹੈ। ਇਸ ਨੂੰ ਇਹ ਲੱਗਦਾ ਹੈ ਕਿ ਇਹ ਲਾਲ ਹਨ ਅਤੇ ਲਾਲਾਂ ਨੂੰ ਪਕੜਨ ਦਾ ਯਤਨ ਸਾਡੀ ਸੁਰਤ ਕਰਦੀ ਹੈ, ਪਰ ਜਦੋਂ ਉਹਨਾਂ ਤੋਂ ਅਗਨੀ ਪ੍ਰਜਵਲਿਤ ਹੁੰਦੀ ਹੈ ਫਿਰ ਸੇਕ ਆਉਣ ਲੱਗਦਾ ਹੈ। ਮਾਨਸਿਕ ਰੁੱਤਾਂ ਦਾ ਬਿਆਨ ਕਰਦਿਆਂ ਸਤਿਗੁਰਾਂ ਨੇ ਫਰਮਾਇਆ ਹੈ, ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋਣਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸੋ ਇਹ ਅਗਨੀ ਕੇਵਲ ਮਨੁੱਖਾਂ ਨੂੰ ਹੀ ਨਹੀਂ ਜਲਾ ਰਹੀ, ਬਲਕਿ ਗੰਧਰਵਾਂ ਨੂੰ, ਦੇਵਤਿਆਂ ਨੂੰ ਵੀ ਇਹ ਅਗਨੀ ਦਾਹ ਕਰ ਰਹੀ ਹੈ। ਫਰਮਾਨ ਹੈ ਗੁਰਬਾਣੀ ਦਾ, ਜਿਹ ਭਾਵਕ ਸੁਰ ਨਰ ਹੈ ਜਾਰੇ, ਰਾਮ ਉਦਕ ਜਨ ਜਲ ਤਿਉ ਬਾਰੇ। ਸੋ ਇਸ ਦਾ ਇਲਾਜ ਤੇ ਇਸ ਦੀ ਰੋਕ ਪ੍ਰਭੂ ਭਗਤੀ ਹੀ ਹੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅਤੇ ਸਤਿਪੁਰਸ਼ਾਂ ਦੀ ਸੰਗਤ ਜਿਹੜੇ ਇਸ ਅਗਨੀ ਤੋਂ ਬਚੇ ਹਨ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਫਿਰ ਇਸ ਪ੍ਰਕਾਰ ਇਸ ਸੰਗਤ ਨੇ ਮਹਾਂਪੁਰਖਾਂ ਪਾਸੋਂ ਕਿਲ੍ਹਾ ਮੁਬਾਰਕ ਦੇ ਵਿੱਚ 5 ਦੀਵਾਨਾਂ ਦਾ ਸਮਾਂ ਲਿਆ। ਕਿਲ੍ਹੇ ਦੀ ਡਿਉੜੀ ਦੇ ਅੰਦਰ ਸੁੰਦਰ ਸਟੇਜ ਬਣਾਈ। ਇੱਥੇ ਸ਼ਹਿਰ ਦੀ ਕਾਫੀ ਸੰਗਤ ਜੁੜਦੀ। ਫਿਰ ਤਾਂ ਹਰੇਕ ਸਾਲ ਹੀ ਪਟਿਆਲੇ ਦੀ ਸੰਗਤ ਨੂੰ ਦੀਵਾਨਾਂ ਦਾ ਸਮਾਂ ਮਿਲ ਜਾਂਦਾ ਰਿਹਾ। ਇੱਕ ਸਾਲ ਮੋਦੀ ਕਾਲਜ ਦੇ ਵਿੱਚ ਦੀਵਾਨ ਲੱਗੇ, ਫਿਰ ਕਈ ਸਾਲ ਅਮਰ ਆਸ਼ਰਮ ਵਿੱਚ ਦੀਵਾਨ ਲੱਗਦੇ ਰਹੇ, ਜਿਨ੍ਹਾਂ ਵਿੱਚ ਸ਼ਹਿਰ ਦੀ ਸੰਗਤ ਨਾਲ ਮਿਲ ਕੇ ਸਰਦਾਰ ਕਰਨੈਲ ਸਿੰਘ ਜ਼ਿੰਮੇਵਾਰੀ ਸੰਭਾਲਦਾ ਸੀ। ਬਾਅਦ ਵਿੱਚ ਰੇਲਵੇ ਸਟੇਸ਼ਨ ਕੋਲ ਰਾਜਪੁਰਾ ਕਲੋਨੀ, ਉੱਥੇ ਹਜੂਰ ਦੇ ਕੀਰਤਨ ਹੋਏ। ਹੋਰ ਵੀ ਸ਼ਹਿਰ ਦੇ ਪ੍ਰੇਮੀ ਬਹੁਤ ਸੇਵਾ ਕਰਦੇ। ਹਰੇਕ ਦੀਵਾਨਾਂ ਦੇ ਆਖਰੀ ਦਿਨ ਅੰਮ੍ਰਿਤ ਪ੍ਰਚਾਰ ਹੁੰਦਾ। ਗੁਰੂ ਕੇ ਲੰਗਰ ਹਰ ਰੋਜ਼ ਹੀ ਅਟੁੱਟ ਚੱਲਦੇ।
ਇਸ ਪ੍ਰਕਾਰ ਸੰਗਤਾਂ ਬਹੁਤ ਭਾਵਨਾ ਦੇ ਨਾਲ ਸੇਵਾ ਕਰਦੀਆਂ। 1954 ਈਸਵੀ ਮਹਾਂਪੁਰਖਾਂ ਨੇ ਸੋ ਪਟਿਆਲੇ ਦੀ ਧਰਤੀ ਤੇ ਜਦੋਂ ਚਰਨ ਪਾਏ ਸੀ ਤਾਂ ਇੱਥੇ ਸਰਦਾਰ ਭਗਤ ਸਿੰਘ ਜੀ ਅਤੇ ਇਹਨਾਂ ਦੇ ਘਰੋਂ ਬੀਬੀ ਮਹਿੰਦਰ ਕੌਰ, ਗੁਰੂ ਘਰ ਦੇ ਨਿਰਮਾਣ ਸੇਵਾਦਾਰ, ਪਹਿਲੀ ਵਾਰ ਇਹਨਾਂ ਨੇ ਸੰਤ ਜੀ ਮਹਾਰਾਜ ਦਾ ਦੀਵਾਨ ਸੁਣਿਆ। 1964 ਈਸਵੀ ਦੇ ਵਿਸਾਖ ਮਹੀਨੇ ਦੀ 10ਵੀਂ ਦੇ ਪੁਰਬ ਤੇ ਦੁਬਲਾਣ ਜਾਣ ਲਈ ਹਜੂਰ ਨੇ ਕਰਮਸਰ ਦੀ ਪਾਵਨ ਧਰਤੀ ਤੋਂ ਤਿਆਰੀ ਕੀਤੀ। ਸੰਤ ਜੀ ਮਹਾਰਾਜ ਸਮੇਂ ਅਨੁਸਾਰ ਤਿਆਰ ਹੋ ਕੇ ਗੱਡੀ ਦੇ ਵਿੱਚ ਬਿਰਾਜਮਾਨ ਹੋ ਗਏ। ਬਾਕੀ ਵੀ ਜਿਹੜੇ ਸੇਵਾਦਾਰਾਂ ਨੇ ਮਹਾਂਪੁਰਖਾਂ ਦੇ ਨਾਲ ਬੈਠਣਾ ਸੀ ਉਹ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠ ਗਏ, ਪਰ ਬਾਬੂ ਰਲਾ ਸਿੰਘ ਜੀ ਭੋਰੇ ਦੇ ਅੰਦਰ ਹੀ ਸਮਾਨ ਸੰਭਾਲਣ ਦੀ ਸੇਵਾ 'ਚ ਲੱਗਿਆ ਹੋਇਆ ਸੀ। ਉਹ ਗੱਡੀ ਵਿੱਚ ਨਾ ਆਇਆ ਬੈਠਿਆ। ਮਹਾਂਪੁਰਖਾਂ ਨੇ ਡਰਾਈਵਰ ਨੂੰ ਕਿਹਾ ਕਿ ਹੌਰਨ ਵਜਾਓ। ਹੌਰਨ ਵਜਾਇਆ, ਪਰ ਬਾਬੂ ਜੀ ਨੇ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ। ਬੇਪਰਵਾਹ ਮਹਾਂਪੁਰਖਾਂ ਨੇ ਗੱਡੀ ਤੋਰ ਲੈਣ ਦਾ ਇਸ਼ਾਰਾ ਕੀਤਾ। ਤੋ ਇਸ ਪ੍ਰਕਾਰ ਹੁਣ ਡਰਾਈਵਰ ਮਹਾਂਪੁਰਖਾਂ ਦਾ ਬਚਨ ਮੰਨ ਕੇ ਗੱਡੀ ਨੂੰ ਉਸਨੇ ਤੋਰ ਲਿਆ। ਹੁਣ ਜਿਸ ਵੇਲੇ ਜੀਟੀ ਰੋਡ ਤੇ ਗੱਡੀ ਲੈ ਕੇ ਆਂਦੀ, ਅਚਾਨਕ ਹੀ ਡਰਾਈਵਰ ਦਾ ਧਿਆਨ ਤੇਲ ਦੱਸਣ ਵਾਲੀ ਸੂਈ ਵੱਲ ਜਦੋਂ ਗਿਆ ਤਾਂ ਉਸ ਵੇਲੇ ਮਹਾਂਪੁਰਖਾਂ ਨੂੰ ਡਰਾਈਵਰ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ਼, ਗੱਡੀ ਵਿੱਚ ਤੇਲ ਪਵਾਉਣਾ ਸੀ ਪਰ ਬਾਬੂ ਜੀ ਨਾਲ ਨਹੀਂ ਆਏ, ਹੁਣ ਕੀ ਹੁਕਮ ਹੈ? ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਕੋਈ ਨਹੀਂ, ਤੂੰ ਟੈਂਕੀ ਫੁੱਲ ਕਰਵਾ ਲੈ, ਪੈਸੇ ਇਹਨਾਂ ਨੂੰ ਫੇਰ ਆ ਕੇ ਦੇ ਜਾਵਾਂਗੇ। ਕਿਉਂਕਿ ਮਹਾਂਪੁਰਖ ਆਪਣੇ ਕੋਲ ਤੇ ਮਾਇਆ ਰੱਖਦੇ ਹੀ ਨਹੀਂ ਸੀ, ਨਾ ਜਥੇ ਦੇ ਹੋਰ ਕਿਸੇ ਸੇਵਕ ਨੂੰ ਹੁਕਮ ਸੀ, ਕੇਵਲ ਬਾਬੂ ਰਲਾ ਸਿੰਘ ਜੀ ਇਹ ਜ਼ਿੰਮੇਵਾਰੀ ਨਿਭਾਉਂਦੇ ਸਨ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਹੁਕਮ ਕੀਤਾ ਕਿ ਟੈਂਕੀ ਫੁੱਲ ਕਰਵਾ ਲਓ, ਪੈਸੇ ਬਾਅਦ ਦੇ ਵਿੱਚ ਆ ਕੇ ਦੇ ਜਾਏ। ਇੱਥੇ ਸਰਦਾਰ ਭਗਤ ਸਿੰਘ ਜੀ, ਉਹਨਾਂ ਦਾ ਪੈਟਰੋਲ ਪੰਪ ਸੀ ਮਾਲ ਰੋਡ ਤੇ। ਉੱਥੇ ਜਦੋਂ ਗੱਡੀ ਰੋਕੀ ਆ ਕੇ, ਭਾਵੇਂ ਇਹਨਾਂ ਨੇ ਦਰਸ਼ਨ ਤਾਂ ਅੱਗੇ ਵੀ ਕੀਤੇ ਸਨ, ਪਰ ਅੱਜ ਪਹਿਲਾ ਦਿਨ ਖਬਰੇ ਕਿਹੜੇ ਪੁੰਨਾਂ ਦਾ ਫਲ ਇਹਨਾਂ ਦੇ ਮਨ ਤੇ ਇੰਨਾ ਅਸਰ ਹੋਇਆ ਕਿ ਖੁਸ਼ੀ ਦਾ ਕਾਰਨ ਪਤਾ ਨਾ ਲੱਗੇ। ਮਹਾਂਪੁਰਖਾਂ ਨੂੰ ਆਣ ਕੇ ਨਮਸਕਾਰ ਕੀਤੀ। ਡਰਾਈਵਰ ਨੇ ਗੱਡੀ ਦੀ ਟੈਂਕੀ ਫੁੱਲ ਕਰਵਾਈ ਔਰ ਸੰਗਰੂਰ ਰੋਡ ਵੱਲ ਨੂੰ ਗੱਡੀ ਤੋਰ ਲਈ। ਗੱਡੀ ਦਬਲਾਨ ਪਹੁੰਚ ਗਈ। ਇਹਨਾਂ ਨੂੰ ਉਸ ਦਿਨ ਕਾਫੀ ਮਾਇਆ ਦੀ ਲੋੜ ਸੀ ਸਰਦਾਰ ਭਗਤ ਸਿੰਘ ਹੁਣਾਂ ਨੂੰ, ਪਰ ਕਿਤੋਂ ਮਿਲ ਨਹੀਂ ਸੀ ਰਹੀ। ਪਰ ਜਦੋਂ ਸੰਤ ਜੀ ਮਹਾਰਾਜ ਦੀ ਗੱਡੀ ਵਿੱਚ ਤੇਲ ਪਵਾਇਆ ਤਾਂ ਉਸ ਤੋਂ 15 ਮਿੰਟ ਬਾਅਦ ਇੱਕਦਮ ਜਿਹੜੀ ਇਹਨਾਂ ਦੀ ਮਾਇਆ ਮਰੀ ਹੋਈ ਕਹਿ ਲਈਏ ਤਾਂ ਵੀ ਗੱਲ ਠੀਕ ਹੋਵੇਗੀ, ਜਿਸ ਮਾਇਆ ਦੇ ਮਿਲਣ ਦੀ ਕੋਈ ਆਸ ਉਮੀਦ ਹੀ ਨਹੀਂ ਸੀ, 1,80,000 ਰੁਪਇਆ ਜਿਨ੍ਹਾਂ ਤੋਂ ਲੈਣਾ ਸੀ ਮਰਿਆ ਹੋਇਆ ਰੁਪਇਆ, ਉਹ ਆਪਣੇ ਆਪ ਆ ਕੇ ਦੇ ਗਏ। ਬਸ ਉਹ ਇੰਨਾ ਪੈਸਾ ਆਉਣ ਦੇ ਨਾਲ ਇਹਨਾਂ ਦਾ ਸਾਰਾ ਕਾਰੋਬਾਰ ਇੱਕਦਮ ਲੀਹ ਤੇ ਆ ਗਿਆ। ਦਾਤੇ ਦੇ ਚਰਨਾਂ ਤੇ ਇਹਨਾਂ ਨੂੰ ਪੂਰਨ ਨਿਸ਼ਚਾ ਹੋ ਗਿਆ ਵੀ ਇਹ ਤਾਂ ਮਹਾਂਪੁਰਸ਼ ਸਾਨੂੰ ਤਾਰਨ ਵਾਸਤੇ ਸਾਡੇ ਪੰਪ ਤੇ ਆਏ ਸਨ। ਇਹ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਸਾਨੂੰ ਫਲ ਮਿਲਿਆ ਹੈ। ਉਸੇ ਦਿਨ ਸ਼ਾਮ ਨੂੰ ਭਾਈ ਹਜੂਰਾ ਸਿੰਘ ਕਿਸੇ ਹੋਰ ਕੰਮ ਲਈ ਪਟਿਆਲੇ ਆਇਆ ਤਾਂ ਇਹਨਾਂ ਨੂੰ ਤੇਲ ਦੇ ਪੈਸੇ ਦੇਣ ਲੱਗਾ ਤਾਂ ਇਹਨਾਂ ਨੇ ਨਾ ਕਰ ਦਿੱਤੀ ਤੇ ਕਹਿਣਾ ਕੀਤਾ, ਸੰਤ ਜੀ ਮਹਾਰਾਜ ਜਾਂਦੇ ਹੋਏ ਦੇ ਗਏ ਸਨ। ਭਾਈ ਹਜੂਰਾ ਸਿੰਘ ਕਹਿੰਦਾ, ਉਹਨਾਂ ਕੋਲੋਂ ਤਾਂ ਮੈਂ ਹੁਣ ਲੈ ਕੇ ਆਇਆ,
ਜੇਕਰ ਉਹ ਦੇ ਗਏ ਹੁੰਦੇ ਤਾਂ ਮੈਨੂੰ ਕਾਹਨੂੰ ਕਹਿੰਦੇ ਵੀ ਆ ਤੇਲ ਦੇ ਪੈਸੇ ਦੇ ਕੇ ਆਵੀਂ। ਉਹਨੇ ਕਿਹਾ ਬਸ ਸਾਨੂੰ ਤਾਂ ਇੱਕੋ ਵਾਰੀ ਸਦਾ ਦੇ ਪੈਸੇ ਦੇ ਗਏ, ਹੁਣ ਜਿਤਨੇ ਵੀ ਤੇਲ ਦੀ ਲੋੜ ਪਵੇ ਜਾਂ ਗੱਡੀਆਂ ਦੀ ਸਰਵਿਸ ਕਰਵਾਉਣੀ ਹੋਵੇ, ਠੀਕ ਕਰਵਾਉਣੀਆਂ ਹੋਣ ਤਾਂ ਬਿਨਾਂ ਸੰਕੋਚ ਤੋਂ ਆ ਜਾਇਆ ਕਰੋ, ਅਸੀਂ ਪੈਸਾ ਨਹੀਂ ਲਿਆ ਕਰਾਂਗੇ। ਧੰਨ ਹਨ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਦੇ ਇੱਕ ਵਾਰੀ ਚਰਨ ਪੈਣ ਦੇ ਨਾਲ ਉਹਨਾਂ ਦੇ ਸਾਰੇ ਕਾਰਜ ਵੀ ਰਾਸ ਹੋ ਗਏ ਤੇ ਉਹਨਾਂ ਦੇ ਰੁਕੇ ਹੋਏ ਕੰਮ ਬਿਨਾਂ ਰੋਕ ਟੋਕ ਤੋਂ, ਬਿਨਾਂ ਅਟਕਾ ਤੋਂ ਚੱਲਣੇ ਸ਼ੁਰੂ ਹੋ ਗਏ। ਔਰ ਸਭ ਤੋਂ ਵੱਡੀ ਗੱਲ, ਉਹਨਾਂ ਦੇ ਹਿਰਦੇ ਦੇ ਵਿੱਚ ਪੂਰਨ ਸ਼ਰਧਾ ਬਣ ਗਈ, ਪੂਰਨ ਵਿਸ਼ਵਾਸ ਬਣ ਗਿਆ। ਸੰਤ ਜੀ ਮਹਾਰਾਜ ਦਬਲਾਨ ਦੀ ਧਰਤੀ ਤੇ ਪ੍ਰੇਮੀਆਂ ਦਾ ਪ੍ਰੇਮ ਦੇਖ ਕੇ ਦੀਵਾਨ ਦੇ ਵਿੱਚ ਉਹਨਾਂ ਨੇ ਉਪਦੇਸ਼ ਕੀਤਾ ਕਿ ਮਨੁੱਖ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੀਆਂ ਕਮਜ਼ੋਰੀਆਂ ਹਨ, ਉੱਥੇ ਇੱਕ ਇਹ ਵੀ ਬੜਾ ਭਾਰੀ ਔਗਣ ਹੈ ਕਿ ਜੋ ਇਹ ਕੱਚ ਨੂੰ ਹੀਰਾ, ਮਲੰਮੇ ਨੂੰ ਸੋਨਾ, ਜ਼ਹਿਰ ਨੂੰ ਅੰਮ੍ਰਿਤ ਤੇ ਅੰਮ੍ਰਿਤ ਨੂੰ ਜ਼ਹਿਰ ਕਰਕੇ ਮੰਨ ਲੈਂਦਾ ਹੈ, ਤਿਆਗਣ ਵਾਲੀ ਵਸਤੂ ਦਾ ਗ੍ਰਹਿਣ ਕਰੀ ਜਾਂਦਾ ਹੈ ਤੇ ਗ੍ਰਹਿਣ ਕਰਨ ਵਾਲੀਆਂ ਚੀਜ਼ਾਂ ਦਾ ਤਿਆਗ, ਇਸ ਦਾ ਇਹ ਵਿਹਾਰ ਬਣ ਗਿਆ ਹੈ। ਜਿਸ ਦੀ ਸੁੰਦਰਤਾ ਤੇ ਰੀਝ ਪੈਂਦਾ ਹੈ ਉਸ ਨੂੰ ਇਹ ਨਸ਼ਟ ਕਰਕੇ ਛੱਡਦਾ ਹੈ। ਕੋਮਲ ਹੁਨਰ ਦਾ ਵੀ ਵੈਰੀ ਹੈ, ਇਸੇ ਕਰਕੇ ਗੁਲਾਬ ਦੇ ਫੁੱਲ ਦੀ ਟਾਹਣੀ ਦੇ ਨਾਲ ਤਿੱਖੇ ਕੰਡਿਆਂ ਦਾ ਹੋਣਾ ਭੌਰੇ ਦੀ ਭੂੰ ਭੂੰ ਤੋਂ ਫੁੱਲ ਨੂੰ ਬਚਾਉਣ ਦਾ ਸਾਧਨ ਹੈ। ਬੱਤੀ ਦੇ ਉਦਾਲੇ ਫਨੂਸ ਦਾ ਮਤਲਬ ਉਸ ਨੂੰ ਪਤੰਗਿਆਂ ਦੀ ਛੇੜਛਾੜ ਤੋਂ ਹਟਾਉਣ ਦਾ ਹੈ। ਸੁੰਦਰਤਾ ਨੂੰ ਪੜਦਾ ਰਸੀਆਂ ਤੇ ਲੋਭੀਆਂ ਦੀ ਨਜ਼ਰ ਤੋਂ ਬਚਾਉਣ ਵਾਸਤੇ ਹੁੰਦਾ ਹੈ। ਸੰਸਾਰ ਵਿੱਚ ਇਹ ਇੱਕ ਅਨਿਆਂ ਹੈ ਜੋ ਮਨੁੱਖ ਕਿਸੇ ਚੀਜ਼ ਦੇ ਮੰਗਣ ਤੋਂ ਪਹਿਲਾਂ ਇਹ ਨਹੀਂ ਸੋਚਦੇ ਕਿ ਮੈਂ ਇਸ ਚੀਜ਼ ਦੇ ਲੈਣ ਦਾ ਅਧਿਕਾਰ ਵੀ ਰੱਖਦਾ ਹਾਂ ਕਿ ਨਹੀਂ। ਪੱਲੇ ਭਾਵੇਂ 4 ਕੌਡੀਆਂ ਨਾ ਹੋਣ, ਲਾਲਾਂ ਦਾ ਵਪਾਰ ਕਰਨ ਉੱਠ ਭੱਜਦੇ ਹਨ। ਪਾਸ ਮੂਲ ਨਾ ਹੋਣ ਕਰਕੇ ਜਦ ਦੁਨੀਆ ਦੇ ਬਾਜ਼ਾਰ ਵਿੱਚੋਂ ਲੋੜੀਂਦੀਆਂ ਵਸਤੂਆਂ ਨਹੀਂ ਮਿਲਦੀਆਂ ਤਾਂ ਇਹ ਖਿੱਚ ਜਾਂਦਾ ਹੈ ਅਤੇ ਚੋਰੀਆਂ ਡਕੈਤੀਆਂ ਤੇ ਉੱਤਰ ਆਉਂਦਾ ਹੈ। ਵਡਮੁੱਲੀਆਂ ਦੁਕਾਨਾਂ ਅੱਗੇ ਪਹਿਰੇ ਸੁੰਦਰ ਅਤੇ ਕੋਮਲ ਵਸਤੂਆਂ ਲਾਲਚੀਆਂ ਦੇ ਭੈ ਤੋਂ ਛੁਪਾ ਕੇ ਰੱਖੀਆਂ ਜਾਂਦੀਆਂ ਹਨ, ਪਰ ਇਤਨਾ ਵੱਡਾ ਸੁੰਦਰ ਮਨਮੋਹਣਾ ਸੰਸਾਰ ਦੀ ਸਾਰੀ ਸੁੰਦਰਤਾਈ ਦਾ ਕਰਤਾ ਉਹ ਬਿਨਾਂ ਪਰਦੇ ਤੋਂ ਕਿਵੇਂ ਰਹਿ ਸਕਦਾ ਹੈ। ਪਰ ਉਹ ਆਪ ਜੋ ਸਾਰੇ ਵਿਆਪਕ ਹੈ, ਛੁਪ ਵੀ ਨਹੀਂ ਸਕਦਾ, ਇਹ ਵੀ ਮੁਸ਼ਕਲ ਹੈ। ਜੋ ਆਪਣੀ ਸੁੰਦਰਤਾ ਤੇ ਬਾਂਕਾਪਨ ਹਰੇਕ ਅੱਗੇ ਪ੍ਰਗਟ ਕਰ ਦੇਵੇ, ਇਹ ਵੀ ਨਹੀਂ ਹੋ ਸਕਦਾ। ਪਰ ਇਸ ਦਾ ਇੱਕ ਹੋਰ ਵਸੀਲਾ ਸੋਚ ਕੇ ਕੱਚੇ ਅਤੇ ਲੋਭੀਆਂ ਦੀ ਅੱਖ ਤੋਂ ਪਰਦਾ ਪਾ ਦਿੱਤਾ। ਉਹ ਨਾਲ ਰਹਿੰਦਾ ਵੀ ਹੈ, ਪਰ ਨਾਲ ਰਹਿੰਦੇ ਹੋਏ ਨੂੰ ਵੀ ਭਾਗਾਂ ਤੋਂ ਬਿਨਾਂ ਦੇਖਿਆ ਨਹੀਂ ਜਾ ਸਕਦਾ। ਨਾਲ ਹੋਵੰਦਾ ਲਹਿ ਨਾ ਸਕੰਦਾ, ਸੁਆਓ ਨਾ ਜਾਣੈ ਮੂੜਾ। ਨਾਲ ਰਹਿੰਦੇ ਪਰਮੇਸ਼ਰ ਨੂੰ ਜੇ ਵੇਖਣਾ ਹੈ ਤੇ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਅਗਿਆਨ ਦੇ ਛੌੜ ਕੱਟ ਕੇ, ਫਿਰ ਇਸ ਮਿੱਟੀ ਦੀ ਮੜੋਲੀ ਦੇ ਵਿੱਚ ਰਹਿੰਦਿਆਂ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਇੱਕ ਪ੍ਰੇਮੀ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ, ਦਾਤਾ ਸਭਨਾ ਜੀਆਂ ਦਾ ਇੱਕ ਕਿਸ ਤਰ੍ਹਾਂ ਹੈ? ਤਾਂ ਮਹਾਂਪੁਰਸ਼ਾਂ ਨੇ ਫਰਮਾਇਆ ਕਿ ਸੰਸਾਰ ਵਿੱਚ ਹਰ ਇੱਕ ਪੁਰਸ਼ ਦੀ ਵਡਿਆਈ ਕਿਸੇ ਦੂਸਰੇ ਦੇ ਮੁਕਾਬਲੇ ਕਰਕੇ ਹੀ ਹੈ। ਜੇ ਇੱਕ ਦੂਜੇ ਪਾਸੋਂ ਵੱਡਾ ਹੈ ਤਾਂ ਤੀਜੇ ਕੋਲੋਂ ਛੋਟਾ ਹੈ। ਜੋ ਪੁਰਸ਼ ਇਸ ਨਾਲੋਂ ਛੋਟਾ ਹੈ ਉਹ ਕਿਸੇ ਹੋਰ ਤੋਂ ਵੱਡਾ ਹੈ। ਇਸ ਲਈ ਸਾਰਿਆਂ ਦੇ ਦਿਲ ਵਿੱਚ ਤਾਂਘ ਬਣੀ ਰਹਿੰਦੀ ਹੈ
ਹਰੇਕ ਮਨੁੱਖ ਆਪਣੇ ਨਾਲੋਂ ਬਹੁਤੇ ਸਰੀਰਕ ਬਲੀ ਅਤੇ ਅਧਿਕ ਧਨੀ ਦੇ ਅੱਗੇ ਝੁਕਿਆ ਰਹਿੰਦਾ ਹੈ। ਜੇ ਚਪੜਾਸੀ ਤਹਿਸੀਲਦਾਰ ਅੱਗੇ ਹੱਥ ਅੱਡਦਾ ਹੈ ਤਾਂ ਤਹਿਸੀਲਦਾਰ ਜ਼ਿਲ੍ਹੇ ਦੇ ਹੋਰ ਅਫਸਰਾਂ ਅੱਗੇ ਅਤੇ ਉਹ ਅਫਸਰ ਜਿਹੜੇ ਸੂਬੇ ਦੇ ਹਾਕਮ ਅੱਗੇ, ਫਿਰ ਪ੍ਰਧਾਨ ਮੰਤਰੀ, ਫਿਰ ਰਾਸ਼ਟਰਪਤੀ। ਪਰ ਰਾਸ਼ਟਰਪਤੀ ਆਪਣੀ ਹਕੂਮਤ ਨੂੰ ਮਜ਼ਬੂਤ ਰੱਖਣ ਲਈ ਪ੍ਰਜਾ ਦੇ ਅੱਗੇ ਹੱਥ ਜੋੜਦਾ ਹੈ, ਜਾਚਕ ਬਣਦਾ ਹੈ। ਭਾਵ ਕਿ ਮਾਇਆ ਨੇ ਇੱਕ ਅਜਿਹਾ ਚੱਕਰ ਚਲਾਇਆ ਹੈ ਕਿ ਹਰੇਕ ਮਨੁੱਖ ਪਦਾਰਥਾਂ ਦੇ ਭੋਗ ਪ੍ਰਾਪਤ ਕਰਨ ਲਈ ਕਿਸੇ ਨਾ ਕਿਸੇ ਅੱਗੇ ਹੱਥ ਅੱਡਦਾ ਹੈ। ਇਸ ਕਰਕੇ ਜਿਹੜਾ ਹੱਥ ਅੱਡਦਾ ਹੈ ਉਹ ਦਾਤਾ ਨਹੀਂ ਕਿਹਾ ਜਾ ਸਕਦਾ। ਦਾਤਾ ਉਸ ਨੂੰ ਸਮਝੀਦਾ ਹੈ ਜੋ ਕਿਸੇ ਹੋਰ ਦਾ ਮੰਗਤਾ ਨਾ ਹੋਵੇ। ਗੱਲ ਕੀ, ਮੰਗਤਿਆਂ ਦਾ ਮੰਗਤਾ ਹੋ ਕੇ ਪਰਮ ਅਧੋਗਤੀ ਤੇ ਲੱਜਿਆ ਨੂੰ ਪ੍ਰਾਪਤ ਹੁੰਦਾ ਹੈ ਜੇ ਕੋਈ ਮੰਗਤਿਆਂ ਕੋਲ ਮੰਗਦਾ ਹੈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਪਰ ਜਿਨ੍ਹਾਂ ਨੂੰ ਸਾਧ ਸੰਗਤ ਦੁਆਰਾ ਇਹ ਸਮਝ ਆ ਗਈ ਹੈ ਕਿ ਸੰਸਾਰ ਤੇ ਬਾਕੀ ਤਾਂ ਸਾਰੇ ਮੰਗਤੇ ਹਨ, ਕੋਈ ਵੀ ਸੁਤੰਤਰ ਦਾਤਾ ਨਹੀਂ ਹੈ, ਉਹ ਦੁਨੀਆ ਅੱਗੇ ਹੱਥ ਪਸਾਰਨੋਂ ਰੁਕ ਜਾਂਦਾ ਹੈ। ਫਿਰ ਹੱਥ ਕਿਸ ਅੱਗੇ ਪਸਾਰਦਾ ਹੈ? ਇੱਕ ਪਰਮਾਤਮਾ ਜੋ ਸਾਰਿਆਂ ਦਾ ਦਾਤਾ ਹੈ, ਜਿਸ ਵਰਗਾ ਦਾਤਾ ਹੋਰ ਕੋਈ ਨਹੀਂ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇੱਕ ਉਹੋ ਹੀ ਸੁਤੰਤਰ ਦਾਤਾ ਹੈ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਸੋ ਜਗਤ ਦੇ ਜਿਤਨੇ ਵੀ ਸਵਾਲੀ ਹਨ, ਜੇ ਸੱਚੇ ਦੇ ਦਰਬਾਰ ਦੇ ਵਿੱਚ ਗਰੀਬੀ ਦਾ ਪਾਤਰ ਪਕੜ ਕੇ ਨਾਮ ਦੀ ਭਿਖਿਆ ਮੰਗ ਲੈਣ ਤਾਂ ਫਿਰ ਉਹ ਬਹੁਤ ਵੱਡੇ ਸ਼ਾਹ ਬਣ ਜਾਂਦੇ ਹਨ, ਜਿਨ੍ਹਾਂ ਨੂੰ ਇਹ ਉਹਦੀ ਸਿਫਤ ਸਲਾਹ ਦੀ ਭਿਖਿਆ ਮਿਲ ਜਾਂਦੀ ਹੈ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸੂਹੀ ਰਾਗ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਹਨ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪਰਮਾਤਮਾ ਵਰਗਾ ਦਾਤਾ ਹੋਰ ਕੋਈ ਨਹੀਂ ਜੋ ਸਭਨਾਂ ਨੂੰ ਦਿੰਦਾ ਹੈ। ਤੇ ਫਿਰ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਨੂੰ ਉਹਦੇ ਦਰ ਤੋਂ ਨਾਮ ਦਾ ਧਨ, ਸਿਫਤ ਸਲਾਹ ਦਾ ਧਨ ਪ੍ਰਾਪਤ ਹੋ ਜਾਂਦਾ ਹੈ, ਉਹ ਵੀ ਸੂਮ ਨਹੀਂ ਰਹਿੰਦੇ, ਉਹ ਵੀ ਸਖੀ ਦਾਤੇ ਬਣ ਜਾਂਦੇ ਹਨ। ਬਾਣੀ ਦੇ ਵਿੱਚ ਜਾਂ ਤਾਂ ਪਰਮਾਤਮਾ ਨੂੰ ਦਾਤਾ ਲਿਖਿਆ ਹੈ ਜਾਂ ਫਿਰ ਸੰਤਾਂ ਨੂੰ ਦਾਤਾ ਲਿਖਿਆ। ਸੰਤਨ ਬਿਨ ਅਵਰ ਨਾ ਦਾਤਾ ਬੀਆ, ਜੋ ਜੋ ਸਰਣ ਪਰੈ ਸਾਧੂ ਕੀ, ਸੋ ਪਾਰ ਗ੍ਰਾਮੀ ਕੀਆ। ਇਸ ਪ੍ਰਕਾਰ ਮਹਾਂਪੁਰਖਾਂ ਨੇ ਐਸਾ ਉਪਦੇਸ਼ ਸਰਵਣ ਕਰਵਾਇਆ। ਜਿਸ ਤਰ੍ਹਾਂ ਮੰਦਰ ਦੇ ਦਰਵਾਜ਼ੇ ਦਹਲੀਜ਼ ਤੋਂ ਆਰ ਪਾਰ ਲੰਘਣ ਵਾਲੇ ਲੋਕਾਂ ਦੇ ਪੈਰਾਂ ਦੀ ਘਾਸ ਦੇ ਨਾਲ ਉਸ ਜਗ੍ਹਾ ਦੀ ਮਿੱਟੀ ਬਰੀਕ ਹੋ ਜਾਂਦੀ ਹੈ, ਉਸ ਨੂੰ ਪਵਿੱਤਰ ਜਾਣ ਕੇ ਸ਼ਰਧਾਲੂ ਆਪਣੇ ਮਸਤਕ ਤੇ ਲਗਾਉਂਦੇ ਹਨ। ਉਹਨਾਂ ਵਿੱਚੋਂ ਕਈ ਆਪਣੇ ਪੱਲੇ ਬੰਨ੍ਹ ਕੇ ਘਰਾਂ ਨੂੰ ਲੈ ਜਾਂਦੇ ਹਨ, ਜੋ ਰੋਗੀ ਦੇ ਰੋਗ ਦੂਰ ਕਰਨ ਲਈ ਔਸ਼ਧੀ ਦਾ ਕੰਮ ਕਰਦੀ ਹੈ। ਇਸ ਦਾ ਕਾਰਨ ਕੇਵਲ ਇਹੋ ਹੈ ਕਿ ਉਸ ਥਾਂ ਤੇ ਆਉਣ ਵਾਲੇ ਲੋਕਾਂ ਦੀ ਮੱਤ ਪਰਮੇਸ਼ਰ ਪ੍ਰਾਇਣ ਤੇ ਭਾਵਨਾ ਸ਼ੁਭ ਹੁੰਦੀ ਹੈ। ਉਹਨਾਂ ਦੀਆਂ ਮੰਗਲਮਈ ਕਾਮਨਾ ਤੇ ਚੰਗੇ ਖਿਆਲਾਂ ਦਾ ਪ੍ਰਭਾਵ ਉਸ ਥਾਂ ਇਕੱਠਾ ਹੋ ਜਾਂਦਾ ਹੈ। ਜਿਸ ਤਰ੍ਹਾਂ ਮਾਦੀ ਮੰਡਲ ਵਿੱਚ ਕੁਚੀਲ ਪੁਰਸ਼ ਦਾ ਇਕੱਠ ਉਸ ਥਾਂ ਨੂੰ ਮੈਲਾ ਅਤੇ ਉਦਮੀਆਂ ਦੀ ਸੰਗਤ ਕਿਸੇ ਥਾਂ ਨੂੰ ਸਾਫ਼ ਰੱਖਦੀ ਹੈ। ਜਿੱਥੇ ਆਲਸੀ ਬੰਦੇ ਬੈਠੇ ਹੋਣ ਉੱਥੇ ਖਲਾਰਾ ਪਿਆ ਜਾਪਦਾ ਸਾਫ਼ ਪ੍ਰਤੀਤ ਹੁੰਦਾ ਹੈ, ਤੇ ਜਿੱਥੇ ਉਦਮੀ ਬੈਠੇ ਹੋਣ ਉੱਥੇ ਸਾਫ਼ ਸਫਾਈ ਆਪਣੇ ਆਪ ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਾਨਸਿਕ ਮੰਡਲ ਦੀ ਗੱਲ ਹੈ।
जिस थां ते चोर, यार, शराबी, जूएबाज ते होर भैड़े संकल्पां वाले आदमी इकट्ठे होण, वो अपने मन के संकल्पां नाल उस जगह के पुलाड़ दे विच एक खोटा चक्कर पैदा कर दिंदे हन। उन्हां दा वातावरण उस खोटियां तरंगां दे नाल भरिया हुंदा है, जिहदा असर उत्थे दे पौण ते पानी ते होर तत्तां ते भी पैंदा है। डॉक्टरी ख्यालां अनुसार भी इउं दसदे हन कि जिस मकान विच कोई मलेरिए का मरीज ठहर जावे, वो एक हफ्ते वास्ते उस जगह मलेरिए के कीटाणु छड्ड जांदा है। निरोग पुरुष नूं उस जगह जाके मलेरिए का बुखार होने का डर हो जाता है। इसी तरह जिस जगह टाइफाइड वाला मरीज ठहर जावे, वो 2 हफ्तियां वास्ते उत्थे जर्म्स जिहड़े हन छड्ड जांदा है। टीबी के मरीज वाला रोगी 6 महीने तक टीबी के कीटाणु छड्ड जांदा है। डॉक्टर लोग उस जगह ते दवाइयां छिड़क के उसका असर दूर करते हैं। इसे तरह भजन सिमरन करने वाले गुरमुख जिहड़े गुरसिख महापुरख कीर्तन की धुनी लगाउंदे हन, उस स्थान नूं अपने शुभ भावां दे नाल पवित्र करके उस ब्रह्मंड नूं रूहानी बना दिंदे हन। वो पवित्रता उस स्थान विच पए हुए मनुख मात्र तो बिना उथों दे प्रकृतिक तत्तां ते भी असर करती है। तदे ही देव अस्थानां ते धर्म मंदिरां दी धूड़ी अते उथों दा जल लिजा के श्रद्धालु लोग अपने शुभ मनोरथ पूरे करते हैं। श्री हरमंदर साहिब दे विच हर वेले कीर्तन हुंदा, बाणी दा जाप हुंदा है, ते वो पावन सरोवर दा जिहड़ा जल है वो बड़े बड़े दुखों नूं कट्टण दे समर्थ है। ये प्रतख मिसाल है। सो चरण धूड़ी नूं भी बहुत वड्डी विशेषता दिती गई है। नानक धूड़ पुनीत साध लख कोट पिरागे, भी भावें लखां वारी प्रयागराज की यात्रा कर लो, इशनान कर लो, पर जे किसी महापुरख साधु के चरणों की धूड़ी मिल जाए तो वह अधिक महात्म है। सो इस प्रकार नाभे शहर का प्रेमी सरदार शमशेर सिंह कैप्टन, ये भी संत जी महाराज ते पूर्ण भावना रखने वाला गुरमुख, नाभे तो आके पटियाले वाले धन बाबा नंद सिंह जी दुसहरा बाग वालियां दी संगत करया करे। जदों 1957 दे विच बाबा नंद सिंह जी धवलान आए तो उस वेले कैप्टन जी भी नाल सन। जदों संत जी महाराज राड़ा साहब वालियां अते बाबा नंद सिंह जी का मिलाप होया तो उस वेले महापुरखां ने बाबा नंद सिंह जी नूं निमरता दे नाल नमस्कार कीती ते बेनती कीती सी कि महापुरुषो अपने बच्चों के सिर ते हाथ रखो। तो बाबा नंद सिंह जी ने बुक्कल विच लैके बहुत प्यार करदिआं आख्या सी कि महाराज आप तो पूर्ण पुरख दुनिया के भले वास्ते धुर दरगाहों आए हो, तुहाडी संगत ने तो संसार नूं तारना है। अवगत रूहां भी तुहाडे चरनां दी शोह दे नाल छुटकारा पाउणगीआं। उस समय बाबा नंद सिंह जी ने कैप्टन शमशेर सिंह ते इसकी धर्म पत्नी बीबी बचन कौर नूं आख्या सी कि बच्चू तुसी भी अज तो इन्हां महापुरखां दे लड़ लग जाओ, इन्हां दा लड़ नहीं छड्डना, चरनी लगे रहोगे, फिर किसी गल का घाटा नहीं रहना। उन्हां महापुरुषां दे इस प्रकार दे बचन सुन के अते दाते दा दीदार करके उस समय इन्हां दी पूर्ण शरधा बन गई और शरधा दे नाल महापुरखां दी संगत करते रहे। जिवें सतगुरां पास किसी प्रेमी गुरसिख ने बेनती की सी कि गरीब नवाज, कई प्रेमी सिखां तो कथा कीर्तन सुन के मन पिघल जाता है ते कईयां दा कहा होया बचन मन दे नेड़े भी नहीं जाता। इसका कारण की है? तो उस वक्त
महाराज जियां ने बचन कीता सी, श्री मुख ते सुन जुगत बखानी, हीरा फटक दो एक समानी, हीरा निज प्रकाश दिखरावै, सर्व रंग के ऊपर छावै, फटक प्रकाश परै नह काहूँ, अंतर इतो दोहन के माहूँ, तिम गुरमुख की करहो पछान, जिस संगत मह करह बखान। भाव के फटकड़ी ते हीरा दूरों वेखण नूं तां इक्को ਜਿਹੇ लगदे ਹਨ, पर फर्क बहुत ਹੁੰਦਾ है। नाम रसीए गुरमुख ਦੀ ਇਹ ਪਛਾਣ ਹੈ ਕਿ ਉਹਦੇ ਬਚਨਾਂ ਦਾ ਸਾਰਿਆਂ ਦੇ ਉੱਤੇ ਅਸਰ ਪੈ ਜਾਂਦਾ ਹੈ। ਜੋ ਹੌਲੇ ਤੇ ਝੂਠੇ ਹਨ, ਕੇਵਲ ਕਥਨੀ ਹੈ ਕਰਨੀ ਨਹੀਂ ਹੈ, ਉਹ ਕੁਸੰਗਤ ਵਿੱਚ ਵੀ ਵੱਡੇ ਬਣਦੇ ਹਨ ਔਰ श्रेष्ठ पुरुषों के विच भी बैठ के वड्डियां गल्लां करके वड्डे बनन का यत्न करते हैं, पर उन्हां दे कीते होए वड्डे बचनां दा किसी ते असर नहीं पैंदा। क्यों नहीं पैंदा? क्योंकि उन्हां दे अंदर अपने कमाई नहीं हुंदी, इस करके। सो इस प्रकार दसवीं दे जोड़ मेले ते ये परिवार हमेशा महापुरुषों के दर्शन करन आउण लगा। महापुरखों तो बहुत खुशियां लईयां, बहुत असीसां लईयां। महापुरख हमेशा उपदेश बख्शिया करते कि जिस तरह समुंदर दे विचों गर्म पानी दीयां भाफां उठ के हिमाला पहाड़ तक आके उस ते टकरा के वरखा करदियां हन अते पहाड़ां विच वरसिया होया पानी नदी बन जाता है। नदी वहदी वहदी फिर उस तरह समुद्र विच जा मिलती है। इस तरह सतगुरु नानक देव जी हिमाला पहाड़ के सदर्श शीतलता के दाते हैं। उन्हां दा चित्त जिहड़ा है सोमे के समान है, जिथों गुरबाणी रूपी नदी प्रगट हुंदी है। गुरबाणी का उचारना इस नदी का प्रवाह है। ये नदी भरम अते बेमुखता रूपी दोहां किनारियां नूं ढाउंदी होई अनेकां प्रकार के पापां अते पखंडा रूपी बिरछां नूं जड़ों पुटदी होई ब्रह्म रूपी समुंदर के सन्मुख जा रही है। इस विच शांति रूप शीतलता अते नाम रूपी मिठास है, सिद्धांत रूपी गहराई है, तृष्णा की तेह बुझा दिंदी है, नीवा मन इस दे बहण की थां है। जो गुरमुख जान इस दे प्रवाह विच पै जाण वाली बाणी नूं शरधा नाल पढ़न सुनन वाले जो गुरमुख हन, वो ब्रह्म रूपी समुंदर विच अभेद हो जाते हैं। फिर उत्थे गया मौत रूपी धुप की तपश नहीं सताउंदी। अमृत बचन साध की बाणी, जो जो जपै तिसकी गत होवै, हर हर नाम नित रसन बखानी। वाह वाह पूरे गुर की बाणी, पूरे गुर ते उपजी साच समाणी। सो प्रभु प्राप्ति लई साधु की संगत ते गुरबाणी का पाठ श्रेष्ठ साधन है। मिलना चाहे सिंध कहो, कर सलता स्यों संग, परशुराम हर मिलन को मार्ग है सतसंग। हे भाई, हर समय संगत करते रहना चाहिए है। हौली हौली सेवा सिमरन करदिया मन की दौड़ जिहड़ी है वो रुक जाती है। सो इस प्रकार महापुरख इस मन नूं वसीकार करन दे अनेकां बचन सुनाया करदे, भला करया करदे। महाराज जी तो वरसाई हुई पटियाले की संगत जलंधर शिमले आदि तो फिर चंडीगढ़ इकट्ठी हो गई। संत बाबा बरियाम सिंह जी रतवाड़ा साहब वाले महापुरख जो कि महाराजियां दे बहुते प्रेमी सन, सो इन्हां दे नाल जितने भी जुड़े हुए संगी सन, प्रेमी सन, वो सारे ही चंडीगढ़ बदलियां करवा के आ गए। इन्हां ने उद्यम करके सैक्टर 19 विच गुरुद्वारे लिए प्लाट लैके काम सारन जोगा स्थान बना लिया। संगत के मन में फुरना होया एक बहुत सोहना गुरुद्वारा साहिब बनाया जाए। सूझवान इंजीनियर ने नक्शा बना दिता,
ਸੰਗਤ ਨੇ ਫੈਸਲਾ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਨੀਂਹ ਜਿਹੜੀ ਹੈ ਉਹ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਤੋਂ ਰਖਵਾਈ ਜਾਵੇ। ਸੰਤ ਜੀ ਮਹਾਰਾਜ ਬੇਨਤੀ ਮੰਨ ਕੇ ਸੰਗਤ ਦੀ 1960 ਦੀ ਵਿਸਾਖੀ ਨੂੰ ਨੀਂਹ ਪੱਥਰ ਰੱਖ ਕੇ ਗਏ ਔਰ ਬਹੁਤ ਸੋਹਣਾ ਉਹ ਸਥਾਨ ਬਣਿਆ। ਮਹਾਰਾਜ ਜੀ ਨੇ ਉਦੋਂ ਬਾਅਦ ਇੱਥੇ ਆਣ ਕਰਕੇ ਇੱਕ ਸਮੇਂ ਚਰਨ ਪਾਏ, ਬੇਅੰਤ ਸੰਗਤ ਦਾ ਇਕੱਠ ਸੀ। ਸੰਤ ਜੀ ਮਹਾਰਾਜ ਨੇ ਇੱਥੇ ਸ਼ਬਦ ਪੜ੍ਹਿਆ ਸੀ, ਸਭ ਤੇਰੀ ਵਡਿਆਈ ਜੀ ਕੋਈ ਨਾਉ ਨਾ ਜਾਣੇ ਮੇਰਾ। ਇਸੇ ਸਾਲ 28 ਅਪ੍ਰੈਲ ਤੋਂ 5 ਮਈ ਤੱਕ ਦੀਵਾਨਾਂ ਦਾ ਸਮਾਂ ਮਿਲ ਗਿਆ। ਹਜ਼ਾਰਾਂ ਪ੍ਰੇਮੀ ਸ਼ਰਧਾਲੂ ਹੋ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਦੀਵਾਨ ਸੈਕਟਰ 19 ਦੇ ਵਿੱਚ ਸੁਣਦੇ ਰਹੇ। ਭਾਈ ਵਰਿਆਮ ਸਿੰਘ ਜੀ ਚੰਡੀਗੜ੍ਹ ਅਤੇ ਹੋਰ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਲਿਆ ਕੇ ਤੇ ਰੱਬੀ ਕੀਰਤਨ ਸੁਣਾਉਂਦੇ ਰਹੇ। ਜਦੋਂ ਸੰਤ ਜੀ ਮਹਾਰਾਜ 1960 ਵਿੱਚ ਪਹਿਲੀ ਵਾਰ ਚੰਡੀਗੜ੍ਹ ਆਏ ਤਾਂ ਉਸ ਥਾਂ ਸਾਰੇ ਪੱਛਮੀ ਪੰਜਾਬ ਤੇ ਹਰਿਆਣੇ ਆਦਿ ਤੋਂ ਆਏ ਪ੍ਰੇਮੀਆਂ ਦੀਆਂ ਕੋਠੀਆਂ ਸਨ। ਕੁਝ ਲਾਹੌਰ ਤੋਂ ਆ ਕੇ ਸਰਕਾਰੀ ਕਰਮਚਾਰੀ ਇੱਥੇ ਆਬਾਦ ਹੋਏ ਸਨ। ਅਜੇ ਸੰਤ ਜੀ ਮਹਾਰਾਜ ਦੀ ਗਿਆਤ ਕਾਫੀ ਬੰਦਿਆਂ ਨੂੰ ਨਹੀਂ ਸੀ ਹੋਈ। ਪਹਿਲਾ ਦੀਵਾਨ ਲੱਗਿਆ, ਹਾਜ਼ਰੀ ਕੁਛ ਘੱਟ ਸੀ। ਦੀਵਾਨ ਤੋਂ ਬਾਅਦ ਵਾਪਸ ਆ ਕੇ ਬਾਬਾ ਵਰਿਆਮ ਸਿੰਘ ਕੁਝ ਉਦਾਸ ਜਿਹੇ ਹੋ ਗਏ ਤੇ ਸੰਤ ਜੀ ਮਹਾਰਾਜ ਦੇ ਕੋਲ ਖੜੇ ਰੁਮਾਲ ਦੇ ਨਾਲ ਹੰਝੂ ਪੂੰਝੀ ਜਾਣ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਕੀ ਗੱਲ ਹੈ? ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਗਰੀਬ ਨਵਾਜ, ਅਸੀਂ ਪੂਰੀ ਤਰ੍ਹਾਂ ਸੰਗਤ ਦੇ ਵਿੱਚ ਇਹ ਖਬਰ ਪਹੁੰਚਾ ਨਹੀਂ ਸਕੇ ਆਪ ਜੀ ਦੇ ਦੀਵਾਨਾਂ ਦੀ, ਤੇ ਦਫ਼ਤਰਾਂ ਵਿੱਚ ਵੀ ਕੰਮ ਜ਼ਿਆਦਾ ਹੋਣ ਕਰਕੇ ਦੂਰ ਤਾਈਂ ਸੰਗਤਾਂ ਨੂੰ ਸੱਦਾ ਨਹੀਂ ਦੇ ਸਕੇ ਤੇ ਸੰਗਤ ਦੀ ਗਿਣਤੀ ਘੱਟ ਹੋਈ ਹੈ। ਪਰ ਮਹਾਰਾਜ ਆਪ ਜੀ ਤਾਂ ਨਿਰਾਕਾਰ ਸਰੂਪ ਹੋ, ਕਿਰਪਾ ਕਰੋ ਸੰਗਤ ਦੀ ਦੀਵਾਨ ਵਿੱਚ ਹਾਜ਼ਰੀ ਵੱਧ ਜਾਵੇ, ਉਤਸ਼ਾਹ ਬਣ ਜਾਵੇ, ਸਾਰਿਆਂ ਦੇ ਹਿਰਦਿਆਂ ਨੂੰ ਤੁਸੀਂ ਪ੍ਰੇਰਨਾ ਦੇ ਸਕਦੇ ਹੋ। ਸੰਤ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਤੂੰ ਉਦਾਸ ਨਾ ਹੋ, ਇਹ ਜਿਸ ਦਾ ਕੰਮ ਹੈ ਉਹ ਉਸਨੇ ਆਪੇ ਹੀ ਕਰ ਲੈਣਾ ਹੈ। ਤੈਨੂੰ ਤਾਂ ਐਵੇਂ ਵਿੱਚ ਖੜਾ ਹੀ ਕੀਤਾ ਹੋਇਆ ਹੈ। ਦੂਜੇ ਦਿਨ ਸੰਗਤ ਹੁਮ ਹੁਮਾ ਕੇ ਪੁੱਜ ਗਈ। ਦਰੀਆਂ ਹੋਰ ਲਿਆਉਣੀਆਂ ਪੈ ਗਈਆਂ, ਕਨਾਤਾਂ ਖੋਲ੍ਹਣੀਆਂ ਪੈ ਗਈਆਂ। ਸੰਗਤ ਦੀ ਹਾਜ਼ਰੀ ਇੰਨੀ ਵੱਧ ਗਈ ਕਿ ਸੜਕੋਂ ਪਾਰ ਸਾਹਮਣੇ ਸਕੂਲ ਦੇ ਗਰਾਊਂਡ ਵਿੱਚ ਜਿੱਧਰ ਵੇਖੋ ਸੰਗਤ ਹੀ ਸੰਗਤ ਸੀ। ਦੀਵਾਨ ਦੀ ਸਮਾਪਤੀ ਪਿੱਛੋਂ ਮਹਾਰਾਜ ਜੀ ਰਹਾਇਸ਼ ਸਥਾਨ ਤੇ ਪੁੱਜ ਕੇ ਕਹਿਣ ਲੱਗੇ, ਕਿਉਂ ਭਾਈ ਹੁਣ ਤੂੰ ਖੁਸ਼ ਹੈ? ਅੱਜ ਤੁਹਾਡਾ ਸਮਾਂ ਤਾਂ ਦਰੀਆਂ ਵਿਛਾਉਂਦਿਆਂ ਦਾ ਹੀ ਲੰਘ ਗਿਆ। ਤੋ ਇਸ ਪ੍ਰਕਾਰ ਸੰਤ ਜੀ ਮਹਾਰਾਜ ਇੱਛਾ ਪੂਰਕ ਸਨ। ਚੰਡੀਗੜ੍ਹ ਦੀਵਾਨ ਲੱਗਿਆ ਹੋਇਆ ਸੀ, ਸੰਗਤਾਂ ਹੁਮ ਹੁਮਾ ਕੇ ਪੁੱਜ ਰਹੀਆਂ ਸਨ। ਸਰਦਾਰ ਗੁਰਦੇਵ ਸਿੰਘ ਜੀ ਲਲਤੋਂ ਵਾਲੇ ਉਹ ਵੀ ਆਏ ਹੋਏ ਸਨ ਤੇ ਭਾਈ ਵਰਿਆਮ ਸਿੰਘ ਜੀ ਦੀਵਾਨ ਵਿੱਚ ਘੁੰਮ ਫਿਰ ਕੇ ਸਪੀਕਰ ਦਾ ਅਤੇ ਹੋਰ ਬਾਕੀ ਸਾਰੇ ਇੰਤਜ਼ਾਮ ਵੇਖ ਰਹੇ ਸੀ। ਇੱਕ ਪ੍ਰੇਮੀ ਜੋ ਹੋਰ ਕਿਸੇ ਮਤ ਨੂੰ ਮੰਨਣ ਵਾਲਾ ਸੀ, ਉਹ ਬਾਬਾ ਵਰਿਆਮ ਸਿੰਘ ਜੀ ਨੂੰ ਉੱਠ ਕੇ ਆ ਕੇ ਕਹਿਣ ਲੱਗਾ ਕਿ ਆਹ ਚਿੱਠੀ ਮਹਾਰਾਜ ਜੀ ਨੂੰ ਦੇ ਦੇਵੋ। ਚਿੱਠੀ ਖੋਲ੍ਹ ਕੇ ਜਦੋਂ ਬਾਬਾ ਵਰਿਆਮ ਸਿੰਘ ਨੇ ਪੜ੍ਹੀ ਤਾਂ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ। ਤਾਂ ਉਹ ਚਿੱਠੀ ਪੜ੍ਹ ਕੇ ਵਰਿਆਮ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜਰਾ ਕੁ ਇੰਤਜ਼ਾਰ ਕਰ, ਉੱਤਰ ਦੀਵਾਨ ਦੇ ਵਿੱਚ ਹੁਣੇ ਹੀ ਆ ਜਾਏਗਾ, ਮਹਾਂਪੁਰਖਾਂ ਨੂੰ ਦੱਸਣ ਦੀ ਲੋੜ ਨਹੀਂ। ਉਸੇ ਸਮੇਂ ਜਦੋਂ ਇਹਨਾਂ ਦੀ ਇਹ ਗੱਲਬਾਤ ਹੋ ਰਹੀ ਸੀ ਤਾਂ ਸੰਤ ਜੀ ਮਹਾਰਾਜ ਜੋ ਕੀਰਤਨ ਕਰ ਰਹੇ ਸੀ, ਵਿਆਖਿਆ ਕਰ ਰਹੇ ਸੀ, ਵਿਆਖਿਆ ਕਰਦਿਆਂ ਕਰਦਿਆਂ ਮਹਾਂਪੁਰਖਾਂ ਨੇ ਇੱਕਦਮ ਵਿਸ਼ਾ ਬਦਲ ਕੇ ਬਚਨ ਕਰਨਾ ਸ਼ੁਰੂ ਕੀਤਾ ਕਿ ਕਈ ਪ੍ਰੇਮੀ ਸ਼ੰਕਾ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸੀ। ਇਹ ਤਾਂ ਗੁਰੂ ਮਹਾਰਾਜ ਨੇ ਆਪ ਦੱਸਿਆ ਹੈ ਕਿ ਸਾਡਾ ਤਾਂ ਗੁਰੂ ਨਿਰੰਕਾਰ ਹੈ।
अपरंपर पार ब्रह्म परमेसर, नानक गुर मिलिया सोई जियो। दशमेश जी कहते हैं आद अंत एक है अवतारा, सोई गुरु समझियो हमारा। कोई भी शरीर धारी गुरु नानक महाराज जी का नहीं होया। हुण बाबा बरियाम सिंह जी उस वेले उस प्रेमी नूं कहण लगे, लै भाई सुन लै, तेरी चिट्ठी उत्थे पहुँचाउण दी लोड़ नहीं, वो तो दिलां दियां जाणदे हन। तेरे शंके का जवाब उन्होंने इसे तरह दे दिता है। 1961 के मई महीने चंडीगढ़ दीवान लग रहे सी। महाराज जी 10 सैक्टर विच सरदार अजमेर सिंह की कोठी विच रहायश रख रहे सन। कीर्तन दा होर संगतां समेत डॉक्टर बीबी संत कौर जो कि मुख मंत्री सरदार गुरनाम सिंह की पत्नी सी, इहदे ते बहुत विशेष असर पिया। बीबी जी बहुत गुरमुख सन। हर महीने आप गुरु ग्रंथ साहिब का पाठ करके भोग पाउंदे सी, पर नाम की दात हजे प्राप्त नहीं सी हुई। वो अमृत वेले 3 बजे आके लंगर के बर्तन साफ करते अते दिन चढ़े तो पहला ही चले जाते। महाराज जी के वस्त्र गुप्त तौर पर बाबा बरियाम सिंह जी तो लै जाते ते गुप्त ही धो के दे जाते। काफ़ी दिनों पिछों बीबी ने महाराज जियां दे एकांत दर्शनां लई समा मंगिया, पर महाराज ने कहा अजे ठहरो, समा ना दिता। जदों बर्तनां दी लिश्क मारदी सफाई नाल बीबी जी का हिरदा भी चमक उठिया तो महाराज जियां ने समा दे दिता ते नाम जपण दी जोगत दसण दी किरपा कर दी। नाम दी जाग लगदे ही एकदम बीबी जी की काया कल्प हो गई ते बाकी रहिंदी उम्र ताईं वो नाम की अतुट कमाई करती रही। सर्दियों के दिनों में फतेहगढ़ साहिब दीवान लगे हुए सी तां बाबा बरियाम सिंह जी परिवार समेत फतेहगढ़ साहिब दर्शन करन गए। रास्ते में ट्रैफिक जाम होने करके 10 मिनट लेट हो गए। ये बीबी संत कौर जी भी नाल सन। बीबी जी उदास हो गए अते कार दे विच बैठे बार बार अरदास करन कि महाराज दर्शन जरूर दे दिओ, बेनती करनी है। दीवान स्थान ते पुज के पता लग्या कि महाराज जी दीवान विच जाण दी थां सरोवर वल नूं चले गए हैं। इदां लगदा जिवें किसी दा इंतजार करते हैं। ये डॉक्टर बीबी संत कौर भी पुज गई ते महाराज जी आ गए। बेअंत संगत की भीड़ विच बीबी ने नमस्कार कीती अते इस दे मन की पीड़ा नूं जाण के इहदे गुप्त सवाल का जवाब महापुरुषां ने अपने आप ही दे दिता कि तुसी जज साहब का फिक्र ना करो, वो आपे ठीक हो जाणगे। क्योंकि बीबी संत कौर का जिहड़ा गुप्त सवाल सी वो इन्हां दे पति सरदार गुरनाम सिंह शरीर करके ढिले सन ते इस गल्लों बीबी संत कौर का मन बहुत उपराम सी। महापुरख कहंदे तुसी अपनी तैयारी का तोशा बन्नो, की भरोसा है कि तुसी उन्हां तो पहले ही चले जावो। बीबी जी का संसा निवृत्त हो गया और इस गल्लों थोड़ा जिहा मन उदास भी होया भी छेती संसार तो चले जाना है। 1966 के विच बीबी जी का शरीर कुछ ढिला हो गया, पर अखीर वेले तक संत जी महाराज का ध्यान धर के गुरु गुरु करते आखिरी सवास ते गुर फतेह बुला के शरीर छड्डिया बीबी संत कौर ने। सो इस प्रकार ਗਿਆਨੀ ਕੁਲਦੀਪ ਸਿੰਘ ਦੀ ਵੀ ਵਾਰਤਾ ਆਉਂਦੀ ਹੈ। ਗਿਆਨੀ ਕੁਲਦੀਪ ਸਿੰਘ ਜੋ ਚੰਡੀਗੜ੍ਹ ਰਹਿੰਦੇ, ਸਰੀਰ ਦੇ ਕੁਝ ਭਾਰੇ ਸਨ। ਜਦੋਂ ਦੀ ਇਹ ਵਾਰਤਾ ਉਸ ਸਮੇਂ ਸਧਾਰਨ ਜਿਹੇ ਗ੍ਰਸਤੀ ਸਨ। ਕਈ ਕੁ ਸੱਜਣ ਪੂਰਨਵਾਸ਼ੀ ਦੇ ਮਹੀਨਾਵਾਰੀ ਦੀਵਾਨ ਤੇ ਰਾੜੇ ਸਾਹਿਬ ਮੋਟਰਸਾਈਕਲਾਂ ਤੇ ਜਾ ਰਹੇ ਸਨ।
ਰਸਤੇ ਵਿੱਚ ਐਕਸੀਡੈਂਟ ਹੋ ਗਿਆ। ਕੁਲਦੀਪ ਸਿੰਘ ਦਾ ਮੋਢਾ ਉਤਰ ਗਿਆ। ਸ਼ਾਮ ਨੂੰ ਰਾੜਾ ਸਾਹਿਬ ਪੁੱਜ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਭੋਰੇ ਵਿੱਚ ਹੀ ਕੀਤੇ। ਜਦੋਂ ਕੁਲਦੀਪ ਸਿੰਘ ਨਮਸਕਾਰ ਕਰਨ ਲੱਗਿਆ ਤਾਂ ਸਹਿਜ ਸੁਭਾਅ ਮਹਾਰਾਜ ਕਹਿੰਦੇ, ਆਓ ਰਾਗਾ ਸਿੰਘ ਜੀ। ਨਾਲਦਿਆਂ ਨੇ ਕਿਹਾ, ਮਹਾਰਾਜ ਇਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਬਾਜੇ ਦੀਆਂ ਸੁਰਾਂ ਖੱਬੇ ਹੱਥ ਨਾਲ ਦੱਬੀ ਦੀਆਂ ਜਾਂ ਸੱਜੇ ਨਾਲ। ਇਹਨੂੰ ਤਾਂ ਕੋਈ ਗਿਆਨ ਨਹੀਂ, ਸੋਝੀ ਨਹੀਂ, ਇਹ ਰਾਗੀ ਸਿੰਘ ਕਿਵੇਂ ਹੋਇਆ? ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਜੇ ਨਹੀਂ ਪਤਾ ਤਾਂ ਹੁਣ ਪਤਾ ਲੱਗ ਜਾਏਗਾ। ਇਹ ਤਾਂ ਬਹੁਤ ਰਸੀਲਾ ਕੀਰਤਨ ਕਰਿਆ ਕਰੂ। ਇਹ ਬਖਸ਼ਿਸ਼ ਤੇ ਸਭ ਦੇ ਹੈਰਾਨ ਕਰਨ ਦਾ ਸਬੱਬ ਬਣ ਗਿਆ। ਫਿਰ ਉਹਨਾਂ ਦੇ ਮਨ ਦਾ ਫੁਰਨਾ ਜਾਣ ਲਿਆ। ਹਿੱਲੇ ਹੋਏ ਮੋਢੇ ਦੇ ਉੱਤੇ ਹੱਥ ਰੱਖ ਕੇ ਮਹਾਰਾਜ ਕਹਿਣ ਲੱਗੇ, ਇਹਨਾਂ ਨੂੰ ਗਰਮ ਗਰਮ ਦੁੱਧ ਘਿਓ ਪਾ ਕੇ ਪਿਲਾਓ, ਇਹਨਾਂ ਦੇ ਸੱਟ ਲੱਗੀ ਹੈ। ਮਹਾਂਪੁਰਖਾਂ ਨੂੰ ਦੱਸਣਾ ਨਹੀਂ ਪਿਆ। ਫਿਰ ਇਹ ਬਚਨ ਮਹਾਂਪੁਰਖਾਂ ਦਾ ਜੋ ਕੁਲਦੀਪ ਸਿੰਘ ਨੂੰ ਆਖਿਆ ਸੀ ਰਾਗਾ ਸਿੰਘ, ਇਹ ਬਚਨ ਬਹੁਤ ਛੇਤੀ ਸੱਤ ਹੋ ਗਿਆ। ਕੁਲਦੀਪ ਸਿੰਘ ਦਾ ਰਸੀਲਾ ਕੀਰਤਨ ਸੁਣਨ ਲਈ ਹਰੇਕ ਦਾ ਮਨ ਲੋਚਦਾ ਸੀ। ਇਹਦੀ ਹੱਦ ਦਰਜੇ ਦੀ ਗਰੀਬੀ ਦੂਰ ਕਰਨ ਲਈ ਮਹਾਂਪੁਰਖਾਂ ਨੇ ਇਹ ਬਚਨ ਕੀਤਾ ਸੀ। ਹੁਣ ਇਸ ਦੇ ਪਾਸ ਬੇਅੰਤ ਧਨ ਹੈ, ਪਦਾਰਥ ਦੀ ਕੋਈ ਕਮੀ ਹੀ ਨਹੀਂ ਹੈ। ਚੰਡੀਗੜ੍ਹ ਦੇ ਦੀਵਾਨਾਂ ਸਮੇਂ ਵਿਸ਼ੇਸ਼ ਪ੍ਰਬੰਧ ਬਾਬਾ ਬਰਿਆਮ ਸਿੰਘ ਦੇ ਜਿੰਮੇ ਹੀ ਸੀ। 21 ਅਪ੍ਰੈਲ 1962 ਨੂੰ ਆਪਣੇ ਫਾਰਮ ਯੂਪੀ ਤੋਂ ਜਦੋਂ ਇਹ ਚੱਲੇ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਧਰਮ ਪਤਨੀ ਬੀਬੀ ਰਣਜੀਤ ਕੌਰ ਬਹੁਤ ਸਖਤ ਬਿਮਾਰ ਹੋ ਗਈ। ਟ੍ਰੇਨ ਵਿੱਚ ਬੈਠੀਆਂ ਸਵਾਰੀਆਂ ਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਰਸਤੇ ਦੇ ਵਿੱਚ ਰਾਮਪੁਰ ਆਉਂਦਾ ਹੈ, ਉੱਥੇ ਉਤਰ ਜਾਓ, ਉੱਥੇ ਇਲਾਜ ਕਰਾਓ। ਪਰ ਦੂਜੇ ਦਿਨ ਹੀ ਮਹਾਰਾਜ ਦੇ ਦੀਵਾਨ ਸ਼ੁਰੂ ਹੋਣੇ ਸਨ। ਅਖੀਰ ਵਾਹਿਗੁਰੂ ਦੀ ਓਟ ਲੈ ਕੇ ਚੰਡੀਗੜ੍ਹ ਤਾਈਂ ਪੁੱਜਣ ਦੀ ਅਰਦਾਸ ਕੀਤੀ। ਅਰਦਾਸ ਸ਼ਬਦ ਜੋ ਹੈ ਫਾਰਸੀ ਦੇ ਦੋ ਸ਼ਬਦਾਂ ਅਰਜ ਅਤੇ ਦਾਸ ਤੋਂ ਉਤਪੰਨ ਹੋਇਆ ਹੈ। ਅਰਜ ਤੋਂ ਭਾਵ ਹੈ ਬੇਨਤੀ ਤੇ ਦਾਸ ਤੋਂ ਭਾਵ ਹੈ ਰੱਖਣਾ। ਸੋ ਅਰਦਾਸ ਦਾ ਭਾਵ ਹੈ ਬੇਨਤੀ ਕਰਨਾ। ਹਰ ਇੱਕ ਮਨੁੱਖ ਇਹਦਾ ਪਰਮ ਧਰਮ ਹੈ ਵੀ ਕੰਮ ਭਾਵੇਂ ਛੋਟਾ ਹੋਵੇ ਚਾਹੇ ਵੱਡਾ ਹੋਵੇ, ਸਤਿਗੁਰੂ ਅੱਗੇ ਪਹਿਲਾਂ ਅਰਦਾਸ ਕਰੇ। ਅਕਾਲ ਪੁਰਖ ਸੱਚੇ ਦਿਲੋਂ ਕੀਤੀ ਅਰਦਾਸ ਪ੍ਰਵਾਨ ਕਰਦਾ ਹੈ। ਸੋ ਇਹਨਾਂ ਨੇ ਟ੍ਰੇਨ ਵਿੱਚ ਬੈਠਿਆਂ ਨੇ ਅਰਦਾਸ ਕੀਤੀ ਕਿ ਮਹਾਰਾਜ ਕਿਰਪਾ ਕਰੋ। ਇਹਨਾਂ ਦੇ ਕੀਤੀ ਹੋਈ ਅਰਦਾਸ ਮਨਜ਼ੂਰ ਹੋ ਗਈ। ਬਿਮਾਰੀ ਕੁਛ ਥੰਮ ਗਈ। ਚੰਡੀਗੜ੍ਹ ਪੁੱਜ ਕੇ ਬਿਮਾਰੀ ਫਿਰ ਜਾਗ ਪਈ। ਪਰ ਬਿਮਾਰ ਹਾਲਤ ਵਿੱਚ ਹੀ ਲੰਗਰ ਦੇ ਨਾਲ ਹੀ ਮੰਜਾ ਢਾ ਲਿਆ। ਮਹਾਰਾਜ ਵੀ ਇੱਕ ਦਿਨ ਪਹਿਲਾਂ ਅਚਾਨਕ ਹੀ ਆ ਗਏ, ਪਰ ਸੇਵਾ ਕਰਨ ਲਈ ਬੀਬੀਆਂ ਨਾ ਆਈਆਂ ਸੀ ਉਸ ਵੇਲੇ ਤੱਕ। ਮਹਾਰਾਜ ਜੀ ਨੇ ਐਸਾ ਕੌਤਕ ਵਰਤਾਇਆ ਕਿ 26 ਦਿਨ ਮਹਾਰਾਜ ਉੱਥੇ ਰਹੇ ਤੇ 26 ਦਿਨ ਬੀਬੀ ਰਣਜੀਤ ਕੌਰ ਬਹੁਤ ਘੱਟ ਸਮਾਂ ਉਤੋਂ ਆਰਾਮ ਹੋਇਆ। ਹਰ ਵੇਲੇ ਲੰਗਰ ਦੀ ਸੇਵਾ ਵਿੱਚ ਤਤਪਰ ਰਹੀ। 27ਵੇਂ ਦਿਨ ਜਦੋਂ ਸੰਤ ਜੀ ਮਹਾਰਾਜ ਰਾੜਾ ਸਾਹਿਬ ਨੂੰ ਗਏ ਤਾਂ ਬੀਬੀ 27ਵੇਂ ਦਿਨ ਦੁਬਾਰਾ ਫੇਰ ਬਿਮਾਰ ਹੋ ਗਈ। 26 ਦਿਨ ਬੀਬੀ ਰਣਜੀਤ ਕੌਰ ਨੂੰ ਬਿਲਕੁਲ ਵੀ ਕੋਈ ਦੁੱਖ ਕੋਈ ਤਕਲੀਫ ਨਾ ਹੋਈ। ਤਾਂ ਹੁਣ ਮਹਾਂਪੁਰਸ਼ਾਂ ਦਾ ਜਿਹੜਾ ਕਾਰਜ ਸੀ, ਉਹਨਾਂ ਨੇ ਇਸ ਬੀਬੀ ਦੇ ਬਿਮਾਰ ਹੋਣ ਦੇ ਬਾਵਜੂਦ ਵੀ ਕਿਰਪਾ ਕਰਕੇ ਸਿਰੇ ਚੜ੍ਹਾ ਲਿਆ। ਸੋ ਇਸ ਪ੍ਰਕਾਰ ਇਹਨਾਂ ਦਾ ਬਹੁਤ ਜ਼ਿਆਦਾ ਮਹਾਂਪੁਰਖਾਂ ਨਾਲ ਪਿਆਰ ਸੀ, ਬਹੁਤ ਜ਼ਿਆਦਾ ਸ਼ਰਧਾ ਸੀ। ਔਰ ਬਾਬਾ ਬਰਿਆਮ ਸਿੰਘ ਤੇ ਬੀਬੀ ਰਣਜੀਤ ਕੌਰ ਦਾ ਸਦਕਾ ਹੋਰ ਬਹੁਤ ਪ੍ਰੇਮੀਆਂ ਦਾ ਭਲਾ ਹੋਇਆ। 1962 ਵਿੱਚ ਚੰਡੀਗੜ੍ਹ ਦੇ ਦੀਵਾਨਾਂ ਸਮੇਂ ਸਰਦਾਰ ਪ੍ਰਤਾਪ ਸਿੰਘ ਕੈਰੋਂ, ਜੋ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ, ਸੰਤ ਜੀ ਮਹਾਰਾਜ ਪਾਸ ਬਾਬੂ ਸਿੰਘ ਜੀ ਪਬਲਿਕ ਰਿਲੇਸ਼ਨ ਅਫਸਰ ਸੀ ਜਿਹੜੇ, ਉਹਨਾਂ ਦੇ ਰਾਹੀਂ ਦਰਸ਼ਨ ਕਰਨ ਲਈ ਸਮਾਂ ਮੰਗਣ ਲਈ ਬੇਨਤੀ ਕੀਤੀ।
ਸੰਤ ਜੀ ਮਹਾਰਾਜ ਨੇ ਤਾਂ ਉਸ ਦਿਨ ਤਾਂ ਸਮਾਂ ਨਾ ਦਿੱਤਾ, ਪਰ ਕਈ ਦਿਨਾਂ ਪਿੱਛੋਂ ਬਾਬਾ ਬਰਿਆਮ ਸਿੰਘ ਜੀ ਨੂੰ ਹੁਕਮ ਕੀਤਾ ਕਿ ਮੁੱਖ ਮੰਤਰੀ ਨੂੰ ਕਹੋ ਕਿ ਸਾਨੂੰ ਰਜਿੰਦਰਾ ਪਾਰਕ ਚੰਡੀਗੜ੍ਹ ਵਿੱਚ ਸਵੇਰੇ ਸੈਰ ਕਰਦੇ ਸਮੇਂ 6 ਵਜੇ ਮਿਲ ਲਵੇ। ਹੁਣ ਸੁਨੇਹਾ ਤਾਂ ਦਿੱਤਾ, ਪਰ ਸੁਨੇਹਾ ਗਾਹਾਂ ਦੇਣ ਵਾਲੇ ਨੇ ਅੰਮ੍ਰਿਤ ਵੇਲੇ ਦੀ ਥਾਂ ਸ਼ਾਮ ਦਾ ਸਮਾਂ ਦੇ ਦਿੱਤਾ। ਕੈਰੋਂ ਸਾਹਿਬ ਅਸੈਂਬਲੀ ਵਿੱਚੋਂ ਉੱਠ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਆਪਣੀ ਤਪਸ਼ ਦੂਰ ਕਰਨ ਲਈ ਪੁੱਜੇ, ਪਰ ਮਹਾਂਪੁਰਖਾਂ ਦਾ ਦਰਸ਼ਨ ਨਾ ਹੋਇਆ। ਫਿਰ ਉਹ ਅਸਥਾਨ ਤੇ ਆ ਕੇ ਬੜੀ ਸ਼ਰਧਾ ਨਾਲ ਜਿਹੜੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਸੀ, ਉਸ ਲਾਈਨ ਦੇ ਵਿੱਚ 14ਵੇਂ ਨੰਬਰ ਤੇ ਕੈਰੋਂ ਸਾਹਿਬ ਖੜੇ। ਔਰ ਉਸ ਵੇਲੇ ਬਹੁਤਿਆਂ ਨੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਨੂੰ ਅੱਗੇ ਜਾ ਲੈਣ ਦਿਓ, ਪਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਇਹ ਗੱਲ ਕਹਿਣ ਲੱਗੇ ਕਿ ਅਸੀਂ ਮੰਤਰੀ ਲੋਕ, ਲੀਡਰ ਲੋਕ ਦੁਨੀਆ ਨੂੰ ਤਾਂ ਲਾਈਨਾਂ ਵਿੱਚ ਖੜਾਉਂਦੇ ਹਾਂ, ਪਰ ਅੱਜ ਪੂਰਨ ਮਹਾਂਪੁਰਖ ਬੇਪਰਵਾਹ ਸਾਧੂ, ਅੱਜ ਉਹਨਾਂ ਦੇ ਸਾਹਮਣੇ ਸਾਨੂੰ ਵਿੱਚ ਲਾਈਨ ਵਿੱਚ ਜਿਹੜਾ ਖੜਨਾ ਪਿਆ, ਇਹ ਉਹਨਾਂ ਦੀ ਵਡਿਆਈ ਹੈ, ਇਹ ਉਹਨਾਂ ਦੀ ਬਖਸ਼ਿਸ਼ ਹੈ। ਅਸਲੀ ਰਾਜੇ ਮਹਾਂਪੁਰਖ ਹੁੰਦੇ ਨੇ, ਸਾਧੂ ਹੁੰਦੇ ਹਨ। ਮਹਾਂਪੁਰਖਾਂ ਦੀ ਬਰਾਬਰੀ ਅਸੀਂ ਦੁਨਿਆਵੀ ਮੰਤਰੀ ਨਹੀਂ ਕਰ ਸਕਦੇ। ਜਿਵੇਂ ਬਾਕੀ ਸੰਗਤ ਜਾ ਰਹੀ ਹੈ, ਮੈਂ ਵੀ ਉਸੇ ਤਰ੍ਹਾਂ ਵਾਰੀ ਸਿਰ ਹੀ ਦਰਸ਼ਨ ਕਰਨੇ ਹਨ। ਸੋ ਇਸ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਆਇਆ ਹੋਣ ਕਰਕੇ ਵਾਰੀ ਸਿਰ ਜਦੋਂ ਮਹਾਂਪੁਰਸ਼ਾਂ ਨੂੰ ਜਾ ਕੇ ਸ਼ਰਧਾ ਪੂਰਵਕ ਨਮਸਕਾਰ ਕੀਤੀ ਤੇ ਕੁਰਸੀ ਦੇ ਨਾਲ ਲੱਗ ਕੇ ਫਰਸ਼ ਤੇ ਬੈਠ ਗਏ। ਮਹਾਂਪੁਰਖਾਂ ਅੱਗੇ ਬੇਨਤੀ ਕੀਤੀ, ਮਹਾਰਾਜ ਕੋਈ ਸ਼ੁਭ ਉਪਦੇਸ਼ ਬਖਸ਼ੋ। ਮਹਾਂਪੁਰਸ਼ ਕਹਿਣ ਲੱਗੇ, ਕੈਰੋਂ ਜੇ ਰਾਜ ਕਰਨਾ ਹੈ ਤਾਂ ਨਿਆਂਕਾਰੀ ਰਾਜ ਕਰੀ। ਪਬਲਿਕ ਦੀ ਸੇਵਾ ਜਿਹੜੀ ਹੈ ਇਹ ਵੀ ਭਗਤੀ ਹੁੰਦੀ ਹੈ। ਫਿਰ ਇਹਨੇ ਬੇਨਤੀ ਕੀਤੀ ਕਿ ਮਹਾਰਾਜ ਸਿਮਰਨ ਦੀ ਜੁਗਤੀ ਦੱਸ ਦਿਓ। ਤਾਂ ਮਹਾਂਪੁਰਖਾਂ ਨੇ ਇੱਕ ਸਿਮਰਨਾ ਦਿੱਤਾ ਤੇ ਸਿਮਰਨ ਦੀ ਜੁਗਤੀ ਵੀ ਦੱਸੀ। ਕੈਰੋਂ ਸਾਹਿਬ ਅੰਤਲੇ ਸਵਾਸਾਂ ਤੱਕ ਮਹਾਂਪੁਰਖਾਂ ਦੀ ਦੱਸੀ ਜੁਗਤ ਅਨੁਸਾਰ ਸਿਮਰਨ ਕਰਦੇ ਰਹੇ। ਔਰ ਜਿਸ ਵੇਲੇ ਕੈਰੋਂ ਸਾਹਿਬ ਨੇ ਚੜ੍ਹਾਈ ਕੀਤੀ ਹੈ, ਉਸ ਵੇਲੇ ਵੀ ਸੰਤ ਜੀ ਮਹਾਰਾਜ ਦਾ ਦਿੱਤਾ ਹੋਇਆ ਸਿਮਰਨਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਹੱਥਾਂ ਵਿੱਚ ਸੀ। ਜਿੱਦਣ ਮਹਾਰਾਜ ਸੰਤ ਈਸ਼ਰ ਸਿੰਘ ਜੀ ਮਹਾਰਾਜੀਆਂ ਦਾ ਮਿਲਾਪ ਪ੍ਰਤਾਪ ਸਿੰਘ ਕੈਰੋਂ ਨੂੰ ਹੋਇਆ, ਤਾਂ ਉਹਨੇ ਆਪਣੀ ਤਕਰੀਰ ਦੇ ਵਿੱਚ ਉਦਣ ਕਿਹਾ ਸੀ ਕਿ ਅੱਜ ਪਹਿਲਾ ਦਿਨ ਹੈ ਜੋ ਮੈਨੂੰ ਮਹਿਸੂਸ ਹੋਇਆ ਕਿ ਰੂਹਾਨੀ ਸ਼ਾਂਤੀ ਕੀ ਹੁੰਦੀ ਹੈ। ਸੰਤ ਮਹਾਰਾਜ ਦੇ ਮਿੱਠੇ ਅਤੇ ਰਸ ਭਰੇ ਬੋਲਾਂ ਨੇ ਮੇਰੇ ਮਨ ਦੇ ਵਿੱਚੋਂ ਸਮੇਂ ਨੂੰ, ਬਿਲਕੁਲ ਸਮੇਂ ਦਾ ਅਭਾਵ ਕਰ ਦਿੱਤਾ। ਕਦੋਂ ਸਮਾਂ ਬੀਤਿਆ ਕੋਈ ਪਤਾ ਹੀ ਨਹੀਂ ਲੱਗਿਆ। ਤੇ ਪ੍ਰਤਾਪ ਸਿੰਘ ਕੈਰੋਂ ਘੰਟਿਆਂ ਬੱਧੀ ਬੈਠ ਕੇ ਮਹਾਰਾਜ ਜੀ ਦਾ ਦੀਵਾਨ ਸੁਣਿਆ ਕਰਦਾ ਸੀ। ਔਰ ਇਸ ਪ੍ਰਕਾਰ ਮਹਾਂਪੁਰਖ ਦੀਨ ਦੁਨੀਆ ਦੇ ਭਲੇ ਦੀਆਂ ਅਨੇਕਾਂ ਹੀ ਖੇਡਾਂ ਵਰਤਾਉਂਦੇ, ਅਨੇਕਾਂ ਦਾ ਹੀ ਭਲਾ ਕਰਦੇ। ਇਸ ਤੋਂ ਅਗਲੀਆਂ ਜਿਹੜੀਆਂ ਵਿਚਾਰਾਂ ਹਨ ਆਪਾਂ ਅਗਲੇ ਭਾਗ ਦੇ ਵਿੱਚ ਸਰਵਣ ਕਰਾਂਗੇ। ਹਜ਼ੂਰ ਮਹਾਰਾਜ ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਕਥਾ ਵਿਚਾਰ, ਮਹਾਂਪੁਰਖਾਂ ਦੇ ਪਰਉਪਕਾਰ ਸਰਵਣ ਕਰਨ ਦਾ ਸੁਭਾਗ ਬਖਸ਼ਿਸ਼ ਕਰਦੇ ਰਹਿਣ। ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਜੀਵਨ ਦੀਆਂ ਕਥਾ ਕਹਾਣੀਆਂ ਬਹੁਤ ਬਖਸ਼ਿਸ਼ਾਂ ਦੇ ਨਾਲ ਪ੍ਰਾਪਤ ਹੁੰਦੀਆਂ, ਸਰਵਣ ਕਰਨ ਦਾ ਸਮਾਂ ਮਿਲਦਾ। ਸੰਤ ਜੀ ਮਹਾਰਾਜ, ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਸ ਤਰ੍ਹਾਂ ਆਪ ਜੀ ਇਹਨਾਂ ਪੂਰਨ ਮਹਾਂਪੁਰਖਾਂ ਦਾ ਜੀਵਨ ਜੋ ਹੁਣ ਤੱਕ ਤਕਰੀਬਨ 20 ਭਾਗ ਸੰਪੂਰਨ ਹੋ ਚੁੱਕੇ ਨੇ, ਇਸੇ ਪ੍ਰਕਾਰ 28 ਘੰਟੇ ਦੀ ਕਥਾ 28 ਭਾਗਾਂ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਪੂਰਨ ਬ੍ਰਹਮ ਗਿਆਨੀ ਅਤੇ ਹੋਤੀ ਮਰਦਾਨ ਸੰਪਰਦਾ ਦੇ ਚਮਕਦੇ ਸਿਤਾਰੇ ਔਰ ਮਹਾਂਪੁਰਖਾਂ ਦਾ ਪਰਉਪਕਾਰੀ ਜੀਵਨ ਆਪ ਜੀ ਨੇ ਜ਼ਰੂਰ ਸਰਵਣ ਕਰਨਾ ਜੀ। 28 ਭਾਗਾਂ ਦੇ ਵਿੱਚ ਇਸੇ ਹੀ YouTube ਚੈਨਲ ਦੇ ਉੱਤੇ ਆਪ ਜੀ ਜਦੋਂ ਲੱਭੋਗੇ, ਸਰਚ ਕਰੋਗੇ ਤੇ ਜ਼ਰੂਰ ਆਪ ਜੀ ਨੂੰ ਮਿਲ ਜਾਏਗਾ।
ਔਰ ਸੰਤ ਜੀ ਮਹਾਰਾਜ ਦਾ 28 ਭਾਗਾਂ ਦੇ ਵਿੱਚ ਸੁਣਾਇਆ ਹੋਇਆ ਉਹ ਜੀਵਨ ਜ਼ਰੂਰ ਆਪ ਜੀ ਨੇ ਸਮੇਂ ਅਨੁਸਾਰ ਸਰਵਣ ਕਰਨਾ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।